नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम पैसा ते लव मैं हाँ तरनजीत कौर घुम्मन हाज़र हाँ जी लैके तुहाडा अपना प्रोग्राम जिहदे विच असीं गलबात करांगे ਤੁਹਾਡੇ ਪੈਸੇ ਤੇ ਲੈ ਬਾਰੇ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਮਹਿੰਗਾਈ ਦਾ ਇਸ ਵਕਤ ਦੌਰ ਹੈਗਾ ਆ ਜਿਹੇ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਜਿਹੜੀ ਤੁਹਾਡੀ ਆਮਦਨ ਆ ਉਹਨੂੰ ਕਿਸੇ ਤਰੀਕੇ ਨਾਲ ਵਧਾਇਆ ਜਾ ਸਕੇ ਜਿਸ ਦੇ ਲਈ ਨਿਵੇਸ਼ ਇੱਕ ਵੱਡੀ ਜਿਹੜੀ ਆ ਭੂਮਿਕਾ ਅਦਾ ਕਰ ਸਕਦਾ ਆ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਇਹ ਇਨਵੈਸਟਮੈਂਟ ਇਹ ਨਿਵੇਸ਼ ਕਿੱਦਾਂ ਕਰੀਏ किस तरीके नाल करिए साडे कोल इन्वेस्टमेंट दे की ऑप्शनस हैगे ते की खास तौर ते अजिहे वेले दे विच जदों महंगाई इन्नी वध चुकी है तां भी असीं इन्वेस्टमेंट करके आपदी आमदन दे विच कुछ वाधा कर सकदे हां लॉन्ग टर्म या शॉर्ट टर्म इन्वेस्टमेंट्स किहड़ियां हुंदियां ने ते किन्नां लई किहड़ियां इन्वेस्टमेंट्स वर्क कर सकदियां ने जे किसी ने पहलां किते इन्वेस्टमेंट कीती सी हुण ओह इन्वेस्टमेंट उन्हां दे किस तरीके नाल काम आ रही है बहुत सारे अजिहे सवाल ने ਤੁਹਾਡਾ ਕਿਸੇ ਵੀ ਪ੍ਰਕਾਰ ਦੀ ਇਨਵੈਸਟਮੈਂਟ ਨੂੰ ਲੈ ਕੇ ਨਿਵੇਸ਼ ਨੂੰ ਲੈ ਕੇ ਕੋਈ ਵੀ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਸਵਾਲ ਕਰ ਸਕਦੇ ਹੋ ਅੱਜ ਅਸੀਂ ਇਨਵੈਸਟਮੈਂਟ ਯਾਨੀ ਕਿ ਨਿਵੇਸ਼ ਦੇ ਬਾਰੇ ਵਿੱਚ ਵਿਸਥਾਰ 'ਚ ਜਾਣਕਾਰੀ ਦੇਵਾਂਗੇ ਸੋ ਤੁਹਾਡਾ ਕੋਈ ਵੀ ਸਵਾਲ ਆ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨੀ ਮੇਰੇ ਨਾਲ ਜੁੜ ਚੁੱਕੇ ਨੇ ਜੀ ਫਾਈਨੈਂਸ਼ੀਅਲ ਐਡਵਾਈਜ਼ਰ ਮਿਸਟਰ ਕਮਲਜੀਤ ਸਿੰਘ ਚੌਹਾਨ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਰ ਬਸ ਠੀਕ ਠਾਕ ਹੈ ਜੀ ਵਧੀਆ ਜੀ ਮਹਿੰਗਾਈ ਦਾ ਦੌਰ ਵੱਧ ਚੁੱਕਿਆ ਵਾ ਹਰ ਕੋਈ ਇਸ ਵਕਤ ਇਹੀ ਸੋਚ ਰਿਹਾ ਵਾ ਕਿ ਕੀ ਕੀਤਾ ਜਾਵੇ ਹਜੇ ਤੱਕ ਜਿਸ ਤਰੀਕੇ ਨਾਲ ਮਾਰਕੀਟ ਹੈਗੀ ਹੈ ਵੀ ਥੋੜਾ ਜਿਹਾ ਫਿਊਚਰ ਵੀ ਆਪਣਾ ਸਿਕਿਉਰ ਕਰ ਲਈਏ ਜੇ ਇਹੀ ਹਾਲਾਤ ਰਹੇ ਤਾਂ ਸਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਪਿੱਛੇ ਜੇ ਇਨਵੈਸਟਮੈਂਟਸ ਕੀਤੀਆਂ ਹੋਈਆਂ ਸੀ ਕੀ ਹੁਣ ਉਹ ਇਨਵੈਸਟਮੈਂਟਸ ਕੀਤੀਆਂ ਉਹਨਾਂ ਦੇ ਕੰਮ ਆ ਰਹੀਆਂ ਨੇ ਹਾਂਜੀ ਇਹ ਬਹੁਤ ਐਕਚੁਅਲੀ ਜਿੱਥੋਂ ਆਪਾਂ ਗੱਲ ਸ਼ੁਰੂ ਕਰ ਲਈ ਫਿਰ ਅੱਗੇ ਆਉਣੇ ਇਨਵੈਸਟਮੈਂਟ ਹੁੰਦੀਆਂ ਕੀ ਨੇ ਕਿਉਂ ਕਰਨੀਆਂ ਚਾਹੀਦੀਆਂ ਪਿਛਲੇ 3 ਮਹੀਨਿਆਂ ਤੋਂ ਇਹ ਕਾਫੀ ਜ਼ਿਆਦਾ ਮਤਲਬ ਕਹਿ ਲਈਏ ਕਿ ਜਿਵੇਂ ਸਾਡੇ ਵੀ ਆਪਣੇ ਕਲਾਇੰਟਸ ਨੇ ਉਹਦੇ ਵਿੱਚੋਂ ਹਰ ਰੋਜ਼ 1 ਜਾਂ 2 ਫੋਨ ਸਾਨੂੰ ਜ਼ਰੂਰ ਆਉਂਦੇ ਨੇ ਓਕੇ ਵੀ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਮਹਿੰਗਾਈ ਆ ਕਿਉਂਕਿ ਮਹਿੰਗਾਈ ਤਾਂ ਹੈ ਜਿਹੜਾ ਕਿਉਂਕਿ ਖਾਣ ਵਾਲਾ ਤਾਂ ਚਲੋ ਬੰਦਾ ਸਾਰ ਲੈਂਦਾ ਕਿਉਂਕਿ ਜਿਹੜੀ ਡਿਊ ਟੂ ਇੰਟਰਸਟ ਇਨਕਰੀਜ਼ ਹੋਣ ਕਰਕੇ ਮਾਰਗੇਜ ਪੇਮੈਂਟਸ ਵਧੀਆਂ ਹੋਈਆਂ $200 ਜਾਂ ਜਿਹੜੀਆਂ ਦੀ ਹੁਣ ਰੀਨਿਊਅਲ ਆ ਰਹੀਆਂ ਨੇ ਠੀਕ ਹੈ ਮੈਂ ਕਹਿੰਦਾ ਕਿ ਉਹ ਚੀਜ਼ ਦਾ ਤੁਸੀਂ ਫਾਇਦਾ ਪਹਿਲਾਂ ਲਿਆ ਇਹ ਨਹੀਂ ਹੈਗਾ ਕਿ ਤੁਸੀਂ 8-9 ਸਾਲ ਲੋ ਇੰਟਰਸਟ ਰੇਟ ਦਾ ਫਾਇਦਾ ਲਿਆ ਹੈਗਾ ਔਰ ਕਈ ਸਰੋਤਿਆਂ ਨੇ ਦੇਖਿਆ ਨਹੀਂ ਜਦੋਂ ਅਸੀਂ ਆਏ ਸੀ ਉਦੋਂ ਦੇਖੇ ਹੋਏ ਸੀ ਇੰਟਰਸਟ ਰੇਟ ਨੀਅਰ ਅਬਾਊਟ 8-9% ਹੁੰਦੇ ਸੀ ਸਾਡੇ ਤੋਂ ਪਹਿਲਾਂ ਤਾਂ 16% 22% ਤੇ ਵੀ ਰਹੇ ਨੇ ਹਾਂ ਪਰ ਹੁਣ ਕਿ ਨੈਚੁਰਲੀ ਕੀ ਹੁੰਦਾ ਕਿ ਤੁਹਾਡਾ ਇੱਕ ਵਾਰ ਪੇਸ ਬਣ ਜਾਂਦਾ ਵੀ ਲੋ ਚੀਜ਼ ਚੱਲ ਰਹੀ ਹੈ ਵੀ ਇੰਨੇ ਕਰਨਾ ਠੀਕ ਹੈ ਤੇ ਉਸ ਹਿਸਾਬ ਨਾਲ ਆਪਾਂ ਅੱਗੇ ਹੋਰ ਇਨਵੈਸਟ ਕਰ ਲੈਂਦੇ ਹਾਂ ਰੀਅਲ ਏਸਟੇਟ ਮਾਰਕੀਟ ਦੇ ਕਿਤੇ ਵੀ ਹੈ ਪਰ ਹੁਣ ਹੈ ਕਿ ਜਦੋਂ ਰੀਨਿਊਅਲ ਆ ਰਹੀ ਹੈ ਤਾਂ ਨੈਚੁਰਲੀ ਹੁਣ ਰੀਨਿਊਅਲ ਜਿਹੜੀ ਆ ਰਹੀ ਹੈ ਉਹ ਡਬਲ ਸਮ ਟਾਈਮ ਟ੍ਰਿਪਲ ਹੋ ਕੇ ਆ ਰਹੀ ਹੈ ਟ੍ਰਿਪਲ ਹੋ ਕੇ ਜਿਹੜਾ ਇੰਟਰਸਟ ਰੇਟ ਤਾਂ ਉਹਨਾਂ ਦਾ ਆ ਰਿਹਾ ਤਾਂ ਹੁਣ ਕੀ ਹੈ ਕਿ ਪ੍ਰੋਬਲਮ ਜਿਹੜੀ ਇਨਵੈਸਟਮੈਂਟ ਦੀ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਕਿ ਹੁਣ ਉਹ ਪੇਮੈਂਟਸ ਨਹੀਂ ਪੂਰੀਆਂ ਹੋ ਰਹੀਆਂ ਮਾਰਗੇਜ ਪੇਮੈਂਟ ਕਿੱਥੋਂ ਪੂਰੀਆਂ ਹੋਣਗੀਆਂ ਕਿਉਂਕਿ ਤੁਹਾਡਾ ਇੰਟਰਸਟ ਜਿਹੜਾ ਹਾਈ ਹੋ ਗਿਆ ਹੈਗਾ ਜੌਬ ਆਪਣੀ ਉਨੀ ਹੈ ਸੈਲਰੀ ਆਪਣੀ ਉਨੀ ਹੈ 50 ਸੈਂਟ ਅਪ ਹੋਏ ਨੇ ਠੀਕ ਹੈ ਔਰ ਤੁਸੀਂ ਆਪਾਂ ਘੰਟੇ 'ਚ ਮਤਲਬ ਕਿ ਇੱਕ ਦਿਨ 'ਚ 8 ਘੰਟੇ ਜਾਂ 10-12 ਘੰਟੇ ਕੰਮ ਕਰ ਸਕਦੇ ਹਾਂ ਕਿਉਂਕਿ ਇਸ ਤੋਂ ਜ਼ਿਆਦਾ ਕਰ ਹੀ ਨਹੀਂ ਸਕਦੇ ਕਿਉਂਕਿ 8-9 ਘੰਟੇ ਆਰਾਮ ਨਾਲ ਲਓ ਫਿਰ ਆਉਣ ਜਾਣ 2 ਘੰਟੇ ਲਾ ਲਓ ਤਾਂ ਉਹ ਹੁਣ ਪੇਮੈਂਟਸ ਨਹੀਂ ਹੋ ਰਹੀਆਂ ਉਹਦੇ ਕਰਕੇ ਜਿਹੜੀ ਮੈਂ ਕਿ ਦੱਸ ਰਿਹਾ ਸਾਨੂੰ ਜਿਹੜੀਆਂ ਕਾਲਸ ਆਉਂਦੀਆਂ ਉਹ ਆਉਂਦੀਆਂ ਕਿ ਭਾਜੀ ਅਸੀਂ RSP ਸੇਵ ਕੀਤੀ ਹੋਈ ਸੀ ਪਹਿਲਾਂ ਫਾਇਦਾ ਕੀ ਹੁੰਦਾ ਜਾਂ ਟੈਕਸ ਵੀ ਸੇਵਿੰਗ ਅਕਾਊਂਟ 'ਚ ਪੈਸੇ ਪਾਏ ਹੋਏ ਸੀਗੇ ਜਾਂ ਕਿਤੇ ਪੈਸੇ ਪਾਏ ਹੋਏ ਨੇ ਜੀ ਹੁਣ ਅਸੀਂ ਕਢਾਉਣਾ ਚਾਹੁੰਦੇ ਹਾਂ ਵੀ ਉਹ ਪੈਸੇ ਅਸੀਂ ਵਿਡਰਾ ਕਰਕੇ ਤੇ ਉਹ ਘੱਟੋ ਘੱਟ ਉਹਦੇ ਨਾਲ ਜਿਹੜੀ ਪੇਮੈਂਟਸ ਹੈ ਥੋੜ੍ਹੇ ਜਿਹੇ 6 ਮਹੀਨੇ 8 ਮਹੀਨੇ ਕਿਉਂਕਿ ਇਹ ਹਾਰਡ ਟਾਈਮ ਹੈ ਅੱਗੇ ਰਹਿਣਾ ਹੀ ਹੈ ਹਾਲੇ ਇਹ ਨਹੀਂ ਕਹੀਏ ਵੀ ਅੱਜ ਹੁਣੇ ਕਿਉਂਕਿ ਇੰਟਰਸਟ ਜਿਹੜੇ ਇਨਕਰੀਜ਼ ਹੋਏ ਦਾ ਜਿਹੜਾ ਹੈਗਾ ਅਸਰ ਹੈ ਹੁਣ ਦੇਖਣ ਨੂੰ ਮਿਲਣਾ ਜਦੋਂ ਵੀ ਕੋਈ ਚੀਜ਼ ਚੇਂਜ ਹੁੰਦੀ ਹੈ ਤਾਂ ਪਹਿਲੇ 2-3 ਮਹੀਨੇ ਨਹੀਂ ਲੱਗਦੀ ਉਹਨੂੰ ਟਾਈਮ ਲੱਗਦਾ ਅੱਗੇ ਜਾ ਕੇ ਚੇਂਜ ਹੋਣ ਤੇ ਜਦ ਤੱਕ ਅਗਲੇ 6-8 ਮਹੀਨੇ ਆਪਾਂ ਉਹਨੂੰ ਵਿੱਚ ਰਹੇਗਾ ਤੇ ਉਹਦੇ ਨਾਲ ਕੀ ਹੈ ਕਿ ਜਿਹੜੇ ਵੀ ਆਪਣੇ ਸੋਚਿਆ ਕਈ ਸਾਨੂੰ ਤੁਸੀਂ ਫੋਨ ਅਸੀਂ RSP ਵਿੱਚ ਪੈਸੇ ਵਿਡਰਾ ਕਰਨੇ ਸਵਾਲ ਸਿੱਧਾ ਪੁੱਛੀਦਾ ਵੀ ਕਾਹਦੇ ਵਾਸਤੇ ਕਰਨੇ ਆ ਜਾਂ ਟੈਕਸ ਫ੍ਰੀ ਚੋਂ ਕਰਨੇ ਆ ਉਹਦੇ ਜੀ ਮਾਰਗੇਜ ਦੀ ਪੇਮੈਂਟ ਦੇਣੀ ਹੈ ਨੇ ਕੋਈ ਪੇਮੈਂਟ ਕੋਠੀਆਂ ਕੋਈ 40-50 ਹਜ਼ਾਰ ਸੇਵ ਕੀਤਾ ਘੱਟੋ ਘੱਟ ਜਿਹੜੀ ਪੇਮੈਂਟ ਇਨਕਰੀਜ਼ ਹੋਈ ਹੈ ਅਗਲੇ ਜਿਹੜੇ 6-7-8 ਮਹੀਨੇ ਨੇ ਜਾਂ 5-6 ਮਹੀਨੇ ਉਹ ਥੋੜ੍ਹੇ ਜਿਹਾ ਟਾਈਟ ਨੇ ਉਹ ਨਿਕਲ ਜਾਣਗੇ ਤਾਂ ਉਸ ਤੋਂ ਬਾਅਦ ਤੁਹਾਡਾ ਠੀਕ ਹੈ ਇਸ ਕਰਕੇ ਇਨਵੈਸਟਮੈਂਟ ਦਾ ਫਾਇਦਾ ਹੁੰਦਾ ਵੀ ਕਿਤੇ ਵੀ ਆਪਾਂ ਸੇਵਿੰਗ ਕੀਤੀ ਹੁੰਦੀ ਹੈ ਜਿਵੇਂ ਅਗਰ ਆਪਾਂ ਗੱਲ ਕਰੀਏ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਗੋਲਡ ਲੈਂਦੇ ਸੀ ਆਪਾਂ ਸੋਚਦੇ ਹਾਂ ਕਿ ਜਿਹੜਾ ਗੋਲਡ ਹੈ ਨਾ ਉਹ ਹੱਥ ਦਾ ਸ਼ਿੰਗਾਰ ਸੀ ਜਾਂ ਠੀਕ ਉਹ ਹੈਗਾ ਹੀ ਹੈਗਾ ਪਰ ਯੂਜ਼ਲੀ ਜਿਹੜੇ ਉਸ ਜ਼ਮਾਨੇ ਦੇ ਵਿੱਚ ਸੀਗਾ ਗੋਲਡ ਇਸ ਕਰਕੇ ਬਾਏ ਕੀਤਾ ਜਾਂਦਾ ਸੀ ਕਿ ਕਿਤੇ ਲੋੜ ਪੈਣ ਤੇ ਰਾਹ ਤੁਸੀਂ ਦੂਰ ਦਰਾਡੇ ਜਾ ਰਹੇ ਹੋ ਤੁਹਾਡੇ ਕੋਲ ਪੈਸੇ ਨਹੀਂ ਹੈ ਉਹ ਗੋਲਡ ਪੈਣ ਤੇ ਉਹ ਗੋਲਡ ਨੂੰ ਤੁਸੀਂ ਵੇਚ ਸਕੋ ਵੇਚ ਕੇ ਆਪਣਾ ਉਹ ਟਾਈਮ ਨੂੰ ਟਪਾ ਸਕੋ
ਇਹ ਆਪਾਂ ਗੱਲ ਕਰਦੇ ਪੁਰਾਣੇ ਜ਼ਮਾਨੇ ਦੀ ਗੱਲ ਕਰਦੇ ਹੈਗੇ, ਉਹਦੇ ਵਿੱਚ ਲੋਕ ਵੀ ਇਸ ਤਰ੍ਹਾਂ ਉਦੋਂ ਪੈਸੇ ਦਾ ਚਲੋ ਇੰਨਾ ਆਨਾ ਦੁਆਨੇ ਹੁੰਦੇ ਸੀ ਜਾਂ ਹੋਰ ਹੁੰਦੇ ਸੀ। ਗੋਲਡ ਸੇਮ ਥਿੰਗ, ਜਿਹੜੀ ਇਨਵੈਸਟਮੈਂਟ ਆ ਉਹ ਤੁਸੀਂ ਸੇਵ ਕੀਤਾ ਹੋਇਆ, ਉਹ ਸੇਵ ਕੀਤਾ ਤੇ ਇਸ ਕਰਕੇ ਹੁਣ ਕਈ ਕੜਾ ਦੇ ਉਹਦਾ ਫਾਇਦਾ ਹੀ ਹੁੰਦਾ ਇਨਵੈਸਟਮੈਂਟ ਦਾ। ਜਿਵੇਂ ਤੁਸੀਂ ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਵੈਸੇ ਤਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਕਿ ਚਲੋ ਗੋਲਡ ਲੈ ਲਿਆ ਤਾਂ ਤੁਸੀਂ ਇਨਵੈਸਟਮੈਂਟ ਕਰ ਲਈ, ਇੱਕ ਤਰੀਕੇ ਨਾਲ ਤੁਹਾਡੀ ਇਹ ਇਨਵੈਸਟਮੈਂਟ ਹੀ ਹੈ। ਅੱਜ ਦੇ ਸਮੇਂ ਦੇ ਵਿੱਚ ਕਿੰਨੇ ਕੁ ਟੂਲਸ ਹੈਗਾ ਸਾਡੇ ਕੋਲ ਇਨਵੈਸਟਮੈਂਟ ਦੇ ਨਾਮ ਦੇ ਉੱਤੇ, ਕਿਹੜੀਆਂ ਇਨਵੈਸਟਮੈਂਟਸ ਹੋ ਸਕਦੀਆਂ ਨੇ? ਗੋਲਡ ਦੇ ਵਿੱਚ ਇਸ ਤਰ੍ਹਾਂ ਕਿ ਉਸ ਟਾਈਮ ਤਾਂ ਚਲੋ ਥੋੜੀ ਹੁੰਦਾ ਸੀਗਾ ਵੀ ਥੋੜਾ ਅਮਾਊਂਟ ਦੀ ਲੋੜ, ਪਰ ਅੱਜ ਕੱਲ੍ਹ ਵੀ ਅਗਰ ਗੋਲਡ ਵੀ ਲੈਣਾ ਕਿ ਦੇਖੋ 10 ਗ੍ਰਾਮ 20 ਗ੍ਰਾਮ ਜਾਂ 100 ਗ੍ਰਾਮ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੇ ਤੁਸੀਂ 1200 ਦਾ ਲਿਆ ਹੋਇਆ ਤੇ ਅੱਜ 10 ਸਾਲਾਂ ਬਾਅਦ ਤੁਸੀਂ ਉਹਨੂੰ ਜਾ ਕੇ 1200 ਦਾ ਜਿਹੜਾ 2600 ਦਾ ਵੇਚ ਦਿਓ ਤਾਂ ਕਿੰਨਾ ਫਰਕ ਪਿਆ ਤੁਹਾਨੂੰ, ਬਹੁਤ ਹੀ ਫਰਕ ਪਿਆ। ਹਾਂ ਉਹੀ ਜੇ ਤੁਹਾਡੀ ਇਨਵੈਸਟਮੈਂਟਸ ਰੀਅਲ ਸਟੇਟ ਇਨਵੈਸਟਮੈਂਟ ਸੀਗੀ ਜਾਂ ਆਪਾਂ ਕੀਤੀ ਹੋਈ ਹੈ ਜਾਂ ਮਿਊਚੁਅਲ ਫੰਡ ਹੈ, ਸਟਾਕਸ ਹੈ, ਇਹਨਾਂ ਦੀ ਇਨਵੈਸਟਮੈਂਟ ਕੀਤੀ ਹੈ, ਉੱਥੇ ਮਾਰਕੀਟ ਥੋੜੀ ਜ਼ਿਆਦਾ ਆਉਂਦੀ। ਹਾਂ 100% ਹੈ ਰਿਸਕ ਉਹਦੇ 'ਚ ਹੁੰਦਾ, ਇਹ ਚੀਜ਼ ਹੈ ਰਿਸਕ ਹੁੰਦਾ। ਪਹਿਲਾਂ ਤਾਂ ਆਪਾਂ ਸੋਚਣ ਦੱਸ ਜੀ ਕਿ ਇਨਵੈਸਟਮੈਂਟ ਹੈ ਕੀ ਹੈ। ਮੇਨ ਚੀਜ਼ ਹੈਗੀ ਹੈ, ਕੋਈ ਵੀ ਡਾਲਰ ਜਿੱਥੇ ਵੀ ਤੁਸੀਂ ਲਾਉਂਦੇ ਹੋ, ਜ਼ਰੂਰੀ ਨਹੀਂ ਹੈ ਰੀਅਲ ਸਟੇਟ ਦੇ ਵਿੱਚ ਲਾਉਣਾ, ਤੁਸੀਂ ਆਪਣੀ ਟਰਾਂਸਪੋਰਟ ਇੰਡਸਟਰੀ 'ਚ ਲਾ ਰਹੇ ਹੋ, ਜਾਂ ਤੁਸੀਂ ਟਰੱਕ ਵਧਾ ਰਹੇ ਹੋ, ਜਾਂ ਆਪਣੀ ਟੈਕਸੀ ਇੰਡਸਟਰੀ ਵਧਾ ਰਹੇ ਹੋ, ਜਾਂ ਤੁਸੀਂ ਆਫਿਸ ਵਧਾ ਰਹੇ ਹੋ, ਜਾਂ ਤੁਸੀਂ ਨਿਊ ਬਿਜ਼ਨਸ ਸਟਾਰਟ ਕੀਤਾ, ਕੋਈ ਇਨਵੈਸਟਮੈਂਟ ਮਸ਼ੀਨਰੀ ਤੇ ਲਾ ਰਹੇ, ਕੁਛ ਵੀ ਲਾ, ਜਿੱਥੇ ਵੀ ਅਸੀਂ ਆਪਾਂ ਡਾਲਰ ਸਪੈਂਡ ਕਰਦੇ ਹਾਂ ਉਸ ਡਾਲਰ ਤੋਂ ਜਿਹੜੀ ਅਰਨਡ ਇਨਕਮ ਹੁੰਦੀ ਹੈ, ਚਾਹੇ 10 ਸੈਂਟ ਹੋਵੇ, 20 ਸੈਂਟ ਹੋਵੇ, $2, ਜਿਹੜੀ ਵੀ ਅਰਨ ਇਨਕਮ ਆਪਾਂ ਨੂੰ ਅਰਨ ਹੋ ਕੇ ਆਏਗੀ ਉਹਨੂੰ ਆਪਾਂ ਇਨਵੈਸਟਮੈਂਟ ਕਹਿੰਦੇ ਨੇ ਕਿ ਇਨਵੈਸਟਮੈਂਟ ਇਨਕਮ ਹੈ। ਠੀਕ ਹੈ। ਉਹ ਫਿਰ ਟੈਕਸ ਵਿੱਚ ਬਾਹਰ ਦੀ ਗੱਲ ਹੈ, ਟੈਕਸ ਜਾਂਦੀਆਂ ਨੇ। ਤੇ ਮੀਨਸ ਜਿਹੜਾ ਵੀ ਅਸੀਂ ਕੈਪੀਟਲ, ਜਿਹਨੂੰ ਆਪਾਂ ਕੈਪੀਟਲ ਕਹਿ ਦਿੰਦੇ ਹਾਂ, ਜੋ ਆਪਣੀ ਜੇਬ ਦੇ ਵਿੱਚੋਂ ਲਾਇਆ, ਜੋ ਵੀ ਆਪਾਂ ਨੇ ਕੈਪੀਟਲ ਇਨਵੈਸਟ ਕੀਤਾ ਜਾਂ ਉਸ ਨੂੰ ਕਹਿੰਦੇ ਹੁੰਦੇ ਨਾ, ਹੁਣ ਦਹੀਂ ਜਦੋਂ ਜਮਾਨੇ ਜਾਗ ਲਾਣੇ, ਥੋੜਾ ਦੁੱਧ ਇੰਨਾ ਹੁੰਦਾ, ਥੋੜਾ ਜਾਗ ਲਾਣੇ। ਇਸ ਕਰਕੇ ਜਿਹੜਾ ਕੈਪੀਟਲ ਆਪਾਂ ਆਪਣੀ ਜੇਬ 'ਚੋਂ ਪੈਸਾ ਲਾਉਂਦੇ ਆ ਕਿਸੇ ਵੀ ਬਿਜ਼ਨਸ ਦੇ ਵਿੱਚ, ਕਿਸੇ ਤਰ੍ਹਾਂ ਦਾ ਵੀ, ਉਹ ਤਾਂ ਜੋ ਅਰਨਿੰਗ ਆਪਾਂ ਨੂੰ ਆਉਂਦੀ ਹੈ ਦੈਟਸ ਇਨਵੈਸਟਮੈਂਟ, ਕਾਲ ਇਨਵੈਸਟਮੈਂਟਸ। ਜਦੋਂ ਇਨਵੈਸਟਮੈਂਟ ਦੀ ਅਸੀਂ ਗੱਲ ਕਰਦੇ ਹਾਂ, ਆਮ ਤੌਰ ਤੇ ਸਾਨੂੰ ਇਹ ਹੁੰਦਾ ਹੈ ਕਿ ਵੀ ਇਨਵੈਸਟਮੈਂਟ ਕਦੋਂ ਕਰਨੀ ਚਾਹੀਦੀ ਹੈ ਲਾਈਫ ਦੇ, ਕਿਹੜੇ ਪੜਾਅ ਤੇ ਆ ਕੇ ਸਾਨੂੰ ਇਨਵੈਸਟਮੈਂਟ ਸ਼ੁਰੂ ਕਰ ਦੇਣੀ ਚਾਹੀਦੀ ਹੈ? ਇਨਵੈਸਟਮੈਂਟ ਜਿਹੜਾ ਸਾਡੇ ਫਾਈਨੈਂਸ਼ੀਅਲ ਸੈਕਟਰ 'ਚ ਆਖਿਆ ਜਾਂਦਾ ਹੈ ਕਿ ਜਦੋਂ ਤੁਹਾਨੂੰ ਪਹਿਲਾਂ ਤਾਂ ਦੋ ਚੀਜ਼ਾਂ ਮੇਨ ਇੰਪੋਰਟੈਂਟ ਹੁੰਦੀਆਂ ਨੇ ਇਹਦੇ 'ਚ, ਅਸੀਂ ਕਹਿੰਦੇ ਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਤੁਹਾਡਾ ਹਾਈ ਇੰਟਰਸਟ ਡੈਟ ਹੈਗਾ, ਜਿਹੜਾ ਤੁਹਾਡਾ ਕ੍ਰੈਡਿਟ ਕਾਰਡ ਦਾ ਡੈਟ ਹੈ ਜਾਂ ਕੋਈ ਲੋਨ ਦਾ ਡੈਟ ਹੈ ਜਾਂ ਕੋਈ ਹਾਈ ਡੈਟ ਹੈ ਜਿਹਦੀ ਮਤਲਬ ਕਿ ਇੰਟਰਸਟ ਤੁਸੀਂ ਜ਼ਿਆਦਾ ਪੇ ਕਰ ਰਹੇ ਹੋ। ਮਤਲਬ ਮੇਰਾ ਕਹਿਣ ਦਾ ਕਿ ਜੇ ਹੁਣ ਆਪਾਂ ਪੈਸੇ ਕਿਤੇ ਇਨਵੈਸਟ ਕਰੀਏ, ਅਗਰ ਆਪਾਂ ਨੂੰ 8% ਰਿਟਰਨ ਅਰਨ ਹੋ ਰਹੀ ਹੈ, ਐਗਜ਼ਾਮਪਲ ਦੇ ਤੋਂ ਐਵਰੇਜ ਲੈ ਕੇ ਚੱਲੀਏ 10 ਸਾਲ ਦੀ, ਤੇ ਅਗਰ ਆਪਣਾ ਜਿਹੜਾ ਆਪਾਂ ਡੈਟ ਜਿਹੜਾ ਆਪਾਂ ਚੜਿਆ ਹੋਇਆ, ਜਿਹੜਾ ਆਪਾਂ ਲੋਨ ਪੇ ਕਰ ਰਹੇ ਹੈਗੇ ਆ, ਅਗਰ ਉਹ 11% ਹੈ ਤਾਂ ਇਨਵੈਸਟਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੈ। ਪਹਿਲਾਂ ਤੁਸੀਂ ਆਪਣਾ ਡੈਟ ਜਿਹੜਾ ਤੁਹਾਡਾ ਹੈਗਾ ਉਹ ਡੈਟ ਨੂੰ ਲਾਓ, ਉਹ ਡੈਟ ਨੂੰ ਰਿਡਿਊਸ ਕਰੋ, ਜਾਂ ਕ੍ਰੈਡਿਟ ਕਾਰਡ ਦਾ ਜੋ ਵੀ ਤੁਹਾਡਾ ਲੋਨ ਹੈਗਾ ਉਹਨੂੰ ਲਿਆ ਕੇ ਰਿਡਿਊਸ ਤੇ ਲੈ ਕੇ ਆਓ। ਉਸ ਸਟੇਜ ਤੇ ਆ ਜਾਂਦਾ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਉਹਦਾ ਇੰਟਰਸਟ ਰੇਟ ਘਟ ਗਿਆ, ਤੁਹਾਨੂੰ ਬਾਹਰੋਂ ਜਿਹੜੀ ਅਰਨਿੰਗ ਜ਼ਿਆਦਾ, ਦੈਨ ਫਾਇਦਾ ਤੁਹਾਨੂੰ ਇਨਵੈਸਟਮੈਂਟ ਕਰਨ ਦਾ ਹੁੰਦਾ ਹੈਗਾ। ਕਿ ਉਹ ਡੈਟ ਜਦੋਂ ਤੁਹਾਡਾ ਆਫ ਹੋ ਜਾਂਦਾ ਹੈ, ਤੇ ਉਹ ਡੈਟ ਆਫ ਤੋਂ ਬਾਅਦ ਤੁਸੀਂ ਜ਼ਿਆਦਾ ਇਨਵੈਸਟ ਕਰ ਕਰਦੇ। ਜੇ ਤੁਹਾਡਾ ਡੈਟ ਤੁਹਾਡੇ ਸਿਰ ਤੇ ਜ਼ਿਆਦਾ ਚੜਿਆ ਹੋਇਆ ਔਰ ਤੁਸੀਂ ਇਨਵੈਸਟ ਕਰ ਰਹੇ ਹੋ, ਅਰਨ ਚਾਹੇ ਤੁਸੀਂ ਜਿੰਨਾ ਮਰਜ਼ੀ, ਕਿਉਂਕਿ ਜਿਹੜਾ ਤੁਸੀਂ ਇਨਕਮ ਅਰਨ ਕਰਨੀ ਹੈ ਡੈਟ ਉੱਤੇ ਜਾਂ ਜਿੱਥੇ ਤੁਸੀਂ ਇਨਵੈਸਟ ਕਰਨੇ, ਉਹ ਟੈਕਸੇਬਲ ਹੋਣੀ ਹੈ, ਤੁਸੀਂ ਟੈਕਸ ਪੇ ਕਰਨਾ ਹੈ। ਤੇ ਇਸ ਕਰਕੇ ਉਹ ਤੁਸੀਂ ਪਹਿਲਾਂ ਜਿਹੜਾ ਡੈਟ ਚੜਿਆ ਹੋਇਆ, ਡੈਟ ਨੂੰ ਜਿਹੜੇ ਦੋ ਡੈਟਸ ਹੁੰਦੇ ਆਮ ਤੌਰ ਤੇ ਮੇਨ ਜਿਨ੍ਹਾਂ ਦਾ ਇੰਟਰਸਟ ਰੇਟ ਹਾਈ ਹੈ, ਉਹਨਾਂ ਨੂੰ ਪਹਿਲਾਂ ਤੁਸੀਂ ਰਿਡਿਊਸ ਕਰੋ। ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਇਨਵੈਸਟਮੈਂਟ ਕਰਨ ਬਾਰੇ ਜਿਹੜੀ ਸਟ੍ਰੈਟਜੀ ਕਰਨੀ ਹੈ, ਫਿਰ ਤੁਸੀਂ ਰਿਟਾਇਰਮੈਂਟ ਦੀ ਕਰਨੀ ਹੈ, ਜਿਹੜੀ ਕਰਨੀ ਹੈ ਉਹ ਤੁਸੀਂ ਉਸ ਹਿਸਾਬ ਨਾਲ ਸਟ੍ਰੈਟਜੀ ਕੀਤੀ ਜਾ ਸਕਦੀ ਹੈ। ਜੇ ਤੁਸੀਂ ਗੱਲ ਕਰਦੇ ਹੋ ਇਨਵੈਸਟਮੈਂਟ ਦੀ, ਤਾਂ ਹਰ ਕੋਈ ਇਹ ਡਰ ਜਾਂਦਾ ਕਿ ਇਨਵੈਸਟਮੈਂਟ ਲਈ ਪਤਾ ਨਹੀਂ ਕਿੰਨੀ ਭਾਰੀ ਰਕਮ ਸਾਨੂੰ ਜਿਹੜੀ ਉਹ ਇਨਵੈਸਟ ਕਰਨੀ ਪੈਣੀ ਹੈ ਕਿ ਸਾਡੇ ਕੋਲ ਹੋਣ ਜਾਂ ਹਰ ਵਾਰੀ ਅਸੀਂ ਕੱਢ ਸਕੀਏ ਨਾ। ਸੋ ਇਨਵੈਸਟਮੈਂਟ ਦੀ ਸ਼ੁਰੂਆਤ ਅਸੀਂ ਕਿੰਨੇ ਤੋਂ ਕਰ ਸਕਦੇ ਹਾਂ? ਇਨਵੈਸਟਮੈਂਟ ਦੀ ਅਸੀਂ ਆਪਣੇ ਸੈਕਟਰ ਕਹਿੰਦੇ ਨੇ ਅਪਰੋਕਸੀਮੇਟਲੀ ਤੁਸੀਂ 10 ਤੋਂ ਲੈ ਕੇ 15 ਮੈਕਸਿਮਮ 20% ਜੋ ਤੁਸੀਂ ਸੈਲਰੀ ਦੀ ਇਨਕਮ ਅਰਨ ਕਰਦੇ ਹੋ ਉਹਦਾ ਮੈਕਸਿਮਮ ਟੂ ਅਗਰ ਕੋਈ ਮਤਲਬ ਤੁਹਾਡੇ ਪਹਿਲਾਂ ਖਰਚੇ ਪੂਰੇ ਹੁੰਦੇ। ਹਾਂ ਅੱਜ ਦੀ ਡੇਟ ਥੋੜਾ ਮੁਸ਼ਕਲ ਹੈ ਕਿਉਂਕਿ ਮੌਰਗੇਜ ਪੇਮੈਂਟਸ ਹੀ ਜ਼ਿਆਦਾ ਨੇ, ਪਰ ਠੀਕ ਹੈ ਇਹ ਚੀਜ਼ ਆਉਂਦੀ ਰਹਿੰਦੀ ਹੈ ਕਿਉਂਕਿ ਲਾਈਫ ਦੇ ਵਿੱਚ ਉੱਪਰ ਥੱਲੇ ਇੰਟਰਸਟ ਇਹ ਚੀਜ਼ਾਂ ਆਉਂਦੀ ਰਹਿਣੀਆਂ। ਇੱਕੋ ਜਿਹੀ ਸਮੂਥ ਲਾਈਫ ਤਾਂ ਹੋਏਗੀ ਨਹੀਂ, ਸਮੂਥ ਲਾਈਫ ਕਈ ਵੀ ਇੱਕੋ ਚੰਗੀ ਲਾਈਫ ਹੋਏ ਨਹੀਂ ਹੋਏਗੀ, ਇਹ ਉੱਪਰ ਥੱਲੇ ਹੁੰਦੀਆਂ ਰਹਿਣਗੀਆਂ। ਹਾਂ ਤੁਹਾਡੀ ਸੈਲਰੀ ਦਾ ਜਾਂ ਜਿਹੜੀ ਤੁਸੀਂ ਇਨਕਮ ਅਰਨ ਕਰਦੇ ਹੋ ਉਹਦਾ ਮੈਕਸਿਮਮ 20 ਤੋਂ ਉੱਪਰ ਨਾ ਜਾਓ,
ਜਾਂ 10 ਤੋਂ ਲੈ ਕੇ 15 ਦੇ ਵਿੱਚ ਤੁਸੀਂ ਪਰਸੈਂਟੇਜ ਦੇਖ ਲਓ ਤੁਸੀਂ ਕਿੰਨਾ ਅਰਨ ਕਰਦੇ ਹੋ, ਉਨਾ ਕਿ ਤੁਸੀਂ ਉਹਨੂੰ ਸੇਵ ਕਰ ਸਕੋ, ਔਰ ਸੇਵ ਕਰਨ ਦੇ ਨਾਲ ਤੁਸੀਂ ਉਹਨਾਂ ਨੂੰ ਇਨਵੈਸਟ ਕਰਕੇ ਕੁਝ ਆਪਣਾ ਫਿਊਚਰ ਦੇ ਵਿੱਚ ਉਹ ਕਿਤੇ ਵੀ ਯੂਜ਼ ਕੀਤਾ ਜਾ ਸਕਦਾ ਹੈ। ਇਹ ਚੀਜ਼ ਹੁੰਦੀ ਹੈ। ਜਿਵੇਂ ਤੁਸੀਂ ਗੱਲ ਕਰਦੇ ਹੋ ਇਨਵੈਸਟਮੈਂਟ ਦੀ, ਤਾਂ ਅਕਸਰ ਇਹ ਸੋਚਦੇ ਪਏ ਆ ਕਿ ਜਿਵੇਂ ਅੱਜ ਇਨਵੈਸਟਮੈਂਟ ਕੀਤੀ ਹੈ ਤਾਂ ਮੈਨੂੰ ਕਦੋਂ ਤੱਕ ਪੈਸੇ ਮਿਲ ਸਕਦੇ ਆ, ਜਾਂ ਇਨਵੈਸਟਮੈਂਟ ਦੇ ਵਿੱਚ ਕਿਵੇਂ ਗਰੋ ਕਰਦੀ ਹੈ ਸਾਡੇ ਪੈਸੇ, ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ। ਦੇਖੋ, ਇਨਵੈਸਟਮੈਂਟ ਆਪਣੀ ਥਿੰਕਿੰਗ ਹੁੰਦੀ ਹੈ ਜੀ ਅੱਜ ਪੈਸੇ ਪਾਈਏ ਤੇ ਪਰਸੋਂ ਲੱਗ ਜਾਣ, ਨਹੀਂ ਇਦਾਂ ਨਹੀਂ ਹੁੰਦਾ। ਇਨਵੈਸਟਮੈਂਟ 'ਚ ਆਪਾਂ ਜਿਹੜੀ ਐਵਰੇਜ ਹੈਗੀ ਆ ਅਪਰੋਕਸੀਮੇਟਲੀ 5 ਤੋਂ 10 ਸਾਲ ਤੱਕ ਵੀ ਕਈ ਵਾਰੀ ਜਾਣਾ ਪੈਂਦਾ। ਹੁਣ ਮੇਨ ਹੁੰਦਾ ਕਿ ਤੁਹਾਡਾ ਟਾਰਗੇਟ ਕੀ ਹੈਗਾ ਇਨਵੈਸਟਮੈਂਟ ਦੇ ਵਿੱਚ। ਜੇ ਤਾਂ ਤੁਸੀਂ ਸੋਚਦੇ ਹੋ ਕਿ ਤੁਸੀਂ ਘਰ ਬਾਏ ਕਰਨਾ, ਠੀਕ ਹੈ, ਮੇਨ ਆਪਣਾ ਐਸੈਟ ਆਮ ਤੌਰ ਤੇ ਸਭ ਤੋਂ ਵੱਡਾ ਐਸੈਟ ਇਹ ਹੁੰਦਾ, ਸਭ ਤੋਂ ਜ਼ਿਆਦਾ ਜਿਹੜਾ ਡੈਟ ਵੀ ਹੁੰਦਾ। ਅਗਰ ਆਪਾਂ ਨੇ ਉਹ ਸੋਚ ਰਹੇ ਹਾਂ ਬਾਏ ਕਰਨ ਵਾਸਤੇ, ਘਰ ਬਾਏ ਕਰਨੇ ਆ, ਫਿਰ ਤੁਹਾਨੂੰ ਪਤਾ ਕਿ ਤੁਹਾਨੂੰ 2 ਜਾਂ 3 ਸਾਲ ਬਾਅਦ ਪੈਸਾ ਚਾਹੀਦਾ, ਫਿਰ ਤੁਹਾਨੂੰ ਕਿਤੇ ਜ਼ਿਆਦਾ ਮਿਊਚੁਅਲ ਫੰਡ, ਸੈਗਰੀਗੇਟਡ ਫੰਡ ਜਾਂ ਹੋਰ ਸਾਡੇ ਫੰਡਾਂ 'ਚ ਸਾਨੂੰ ਪੈਸੇ ਪਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਮਾਰਕੀਟ ਸਾਡੀ ਹੁੰਦੀ ਹੈ ਕਾਫੀ ਹਾਈ ਵੋਲੈਟਿਲਿਟੀ ਹੁੰਦੀ ਹੈ, ਕਦੀ ਉੱਪਰ ਥੱਲੇ ਜਾਣੀ, ਉੱਪਰ ਥੱਲੇ ਚਲੇ ਗਏ। ਹੋ ਸਕਦਾ ਜਦ ਤੱਕ ਤੁਸੀਂ 3 ਸਾਲ ਤੇ ਹੋ ਤਾਂ ਮਾਰਕੀਟ 'ਚ ਪੈਸੇ ਨਾ ਹੋਣ, ਉਹਨੇ ਥੋੜਾ ਨੁਕਸਾਨ ਹੋਏ। ਉਹ ਲਈ ਤੁਸੀਂ ਜਿਹੜੀ ਆਪਣੇ ਪੈਸੇ ਕਿਤੇ ਵੀ ਸੇਫ GIC 'ਚ ਪਾ ਕੇ ਰੱਖ ਲਓ, ਜਾਂ ਤੁਸੀਂ RSP 'ਚ ਪਾ ਲਓ। ਉਹ ਸਭ ਤੋਂ ਵੱਡਾ ਟੂਲ ਹੁੰਦਾ ਪੈਸੇ ਸੇਵ ਕਰਨ ਦਾ, ਉਹ ਫਸਟ ਟਾਈਮ ਹੋਮ ਬਾਇਰ ਵਾਸਤੇ, ਬਾਕੀ ਵਾਸਤੇ ਨਹੀਂ। ਤਾਂ ਉਹਦੇ ਵਾਸਤੇ ਤੁਸੀਂ ਇਨਵੈਸਟਮੈਂਟ ਨਹੀਂ, ਉਹਦੇ ਵਾਸਤੇ ਤੁਸੀਂ ਉਸ ਹਿਸਾਬ ਨਾਲ ਸੇਫ ਸਾਈਡ ਤੇ ਚੱਲਣਾ। ਮੇਨ ਦੇਖਿਆ ਜਾਂਦਾ ਕਿ ਤੁਹਾਨੂੰ ਪੈਸੇ ਦੀ ਲੋੜ ਕਦੋਂ ਹੈ, ਠੀਕ ਹੈ। ਸੈਕੰਡ ਆਪਸ਼ਨ ਹੁੰਦੀ ਹੈ ਕਿ ਤੁਹਾਡਾ ਰਿਸਕ, ਤੁਸੀਂ ਕਿੰਨਾ ਰਿਸਕ ਟੋਲਰੈਂਸ ਕਰ ਸਕਦੇ ਹੋ। ਮਤਲਬ ਕਹਿਣ ਦਾ ਕਿ ਹੁਣ ਜੇ ਸਪੋਜ਼ ਕਰੋ ਮੇਰੇ ਕੋਲ ਕੋਈ ਫਾਈਨੈਂਸ਼ੀਅਲ ਆਉਂਦੇ ਨੇ, ਕਹਿੰਦੇ ਜੀ ਭਾਜੀ ਅਸੀਂ 1 ਲੱਖ ਇਨਵੈਸਟ ਕਰਨਾ, ਮੈਂ ਉਹ ਕਹਿੰਦੇ ਜੀ ਸਾਨੂੰ ਤਾਂ ਜ਼ਿਆਦਾ ਰਿਟਰਨ ਚਾਹੀਦੀ, 20% ਚਾਹੀਦੀ ਹੈ। ਠੀਕ ਹੈ, ਅਗਰ ਹਾਇਰ ਰਿਸਕ ਹੈ ਹਾਇਰ ਰਿਟਰਨ ਵੀ ਹੈ, ਪਰ ਸਮ ਟਾਈਮ ਇਹ ਮੈਟਰ ਨਹੀਂ, ਯੂਜ਼ਫੁਲ ਨਹੀਂ ਹੁੰਦੀ, ਕਿਉਂਕਿ ਉਹਦੇ ਨਾਲ ਕੀ ਹੈਗਾ ਤੁਹਾਡੇ ਕੋਲ ਜਿਹੜੀ ਸਹਿਣ ਸ਼ਕਤੀ ਹੈਗੀ ਹੈ ਵੀ ਤੁਸੀਂ ਕਿੰਨਾ ਆਪਣੇ ਆਪ ਨੂੰ ਕੰਟਰੋਲ ਅਬਜ਼ੋਰਵ ਕਰ ਸਕਦੇ ਹੋ। ਮੰਨ ਲਓ ਤੁਸੀਂ ਮੈਨੂੰ ਅੱਜ $1 ਲੱਖ ਦੇ ਦਿੱਤਾ, ਇਹਨੂੰ ਮੈਂ ਇਨਵੈਸਟ ਕਰਤਾ, ਹੋ ਸਕਦਾ 2 ਮਹੀਨਿਆਂ ਤੱਕ ਇਹਦੀ ਜਿਹੜੀ ਵੈਲਿਊ ਘਟ ਕੇ 80,000 ਹੈ ਜੇ 60 ਹੋ ਜੇ, we never know। ਔਰ ਜਦੋਂ ਚੀਜ਼ ਵੈਲਿਊ ਥੱਲੇ ਹੋ ਗਈ ਤਾਂ ਤੁਸੀਂ ਕੀ ਅਬਜ਼ੋਰਬ ਕਰ ਸਕਦੇ ਹੋ। ਹਾਂ, ਲੌਂਗ ਟਰਮ 'ਚ ਕਮਬੈਕ ਹੋ ਜਾਂਦੀ ਚੀਜ਼, ਇਹ ਨਹੀਂ ਹੁੰਦਾ ਕਿ ਹੁੰਦੀ ਨਹੀਂ, ਕਮਬੈਕ ਹੋ ਜਾਂਦੀ ਹੈ, ਪਰ ਅਗਰ ਤੁਸੀਂ ਅਬਜ਼ੋਰਬ ਕਰ ਸਕਦੇ ਹੋ, ਕਿੰਨਾ ਕਰ ਸਕਦੇ ਹੋ, ਫਿਰ ਉਸ ਹਿਸਾਬ ਨਾਲ ਉਸ ਚੀਜ਼ ਵਾਲੇ ਪਾਸੇ ਜਾਓ। ਤਾਂ ਮੀਨਸ ਟਾਈਮਿੰਗ ਜਦੋਂ ਤੋਂ ਤੁਹਾਡੀ ਸੈਲਰੀ ਕਿੰਨੇ % ਕਰ ਸਕਦੇ ਹੋ, ਔਰ ਨਹੀਂ ਜ਼ਿਆਦਾ ਕਰ ਸਕਦੇ, ਥੋੜਾ ਥੋੜਾ ਕਰਨਾ ਸਿੱਖੋ, ਕਿਉਂਕਿ ਤੁਹਾਡਾ ਇੱਕ ਪਾਥ ਬਣ ਜਾਂਦਾ, ਇੱਕ ਰੂਲ ਬਣ ਜਾਂਦਾ। ਜਿਵੇਂ ਅਸੀਂ RESP ਬਾਰੇ ਕਹਿੰਦੇ ਆ, ਪਹਿਲਾਂ ਵੀ ਕਿਹਾ ਕਾਫੀ ਵਾਰੀ, ਔਰ ਹਰ ਵਾਰੀ ਜਦੋਂ ਕਹਿੰਦੇ ਕਿ ਤੁਸੀਂ ਬੱਚਿਆਂ ਲਈ ਸੇਵਿੰਗ ਕਰਦੇ ਰਹਿੰਦੇ ਹੋ, ਤਾਂ ਤੁਹਾਡੇ ਕੀ ਹੈਗਾ, ਤੁਹਾਡਾ ਪੈਸਾ ਇਨਵੈਸਟ ਕਰ ਦਿੱਤਾ ਜਾਂਦਾ ਪ੍ਰੋਪਰ ਸਪੌਟ ਉੱਤੇ। ਜਦੋਂ ਬੱਚੇ 18 ਸਾਲ ਦੇ ਹੁੰਦੇ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਹੈਲਪ ਹੋ ਜਾਂਦੀ, ਕਾਫੀ। ਸੇਮ ਥਿੰਗ ਜਿਹੜੀ ਇਨਵੈਸਟਮੈਂਟ ਹੈਗੀ ਆ, ਤੁਹਾਡਾ ਆਪਣਾ ਹੁੰਦਾ, ਤੁਹਾਡੀ ਆਪਣੀ ਸੇਵਿੰਗ ਹੈ, ਤੁਸੀਂ ਆਪਣਾ ਫਿਊਚਰ ਨੂੰ ਇਨਵੈਸਟਮੈਂਟ ਕਰਦੇ ਆ, ਤਾਂ ਉਹ ਤੁਸੀਂ ਆਪਣੇ ਪਰਸੈਂਟੇਜ ਔਰ ਜਿੰਨੀ ਛੇਤੀ ਅਗਰ ਤੁਸੀਂ ਕਰ ਸਕਦੇ ਹੋ ਤਾਂ ਉਨੀ ਛੇਤੀ ਤੁਹਾਨੂੰ ਕਰਨੀ ਚਾਹੀਦੀ ਹੈ। ਜੇ ਤੁਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹੋ ਸਰ, ਇਹ 'ਚ ਰਿਸਕ ਫੈਕਟਰ ਕਿੱਡਾ ਕੁ ਹੁੰਦਾ ਆ? ਰਿਸਕ ਹਰ ਚੀਜ਼ ਦਾ ਫੈਕਟਰ ਹੈ ਜੀ। ਆਪਾਂ ਅਕਾਊਂਟ ਕਰਦੇ ਹਾਂ ਇਨਵੈਸਟਮੈਂਟ ਦੇ ਵਿੱਚ, ਰਿਸਕ ਹਰ ਜਗ੍ਹਾ ਦੇ ਹੈ। ਦੇਖੋ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕੁ ਮਾਰਕੀਟ ਦੇ ਵਿੱਚ ਨੌਲੇਜ ਰੱਖਦੇ ਹੋ। ਜੇ ਨਹੀਂ ਨੌਲੇਜ ਰੱਖਦੇ, ਉਹੀ ਅਬਜ਼ੋਰਬ ਤੁਸੀਂ ਕਿੰਨੇ ਆਪ ਨੂੰ ਆਰਾਮ ਨਾਲ ਕੰਫਰਟੇਬਲ ਰਾਤ ਨੂੰ ਤੁਸੀਂ ਸੋ ਸਕਦੇ ਹੋ। ਰਿਸਕ ਹੈਗਾ, ਹੁਣ ਜੇ ਹਾਇਰ ਵੈਲਿਊ ਦੇ ਉੱਤੇ ਰਿਸਕ ਅਸੀਂ ਇਨਵੈਸਟ ਕਰਾਂਗੇ, ਜਿਹੜੀਆਂ ਕੰਪਨੀਆਂ ਕਾਫੀ ਜ਼ਿਆਦਾ 22%, 30%, 30% ਰਿਟਰਨ ਵੀ ਦਿੰਦੀਆਂ ਨੇ, ਤਾਂ ਉਹ ਨੈਗੇਟਿਵ 40 ਵੀ ਹੁੰਦੀਆਂ ਨੇ। ਕਿ ਆਪਾਂ ਕੀ ਹੁੰਦਾ, ਆਪਣਾ ਹਿਊਮਨ ਨੇਚਰ ਹੈ, ਆਪਾਂ ਹਮੇਸ਼ਾ ਪੋਜ਼ਿਟਿਵ ਨੂੰ ਦੇਖਦੇ ਆ ਵੀ ਉਹਨੂੰ 20% ਮਿਲ ਗਿਆ, 10% ਨੋ, ਉਹਦਾ ਨੈਗੇਟਿਵ ਵੀ ਆਏਗਾ ਬਾਅਦ ਚੋਂ। ਕੋਈ ਜਿਹੜੀ ਚੀਜ਼ ਉੱਪਰ ਗਈ ਉਹਨੇ ਥੱਲੇ ਵੀ ਆਉਣੀ, ਥੱਲੇ ਉਹਨੇ ਉੱਪਰ ਵੀ ਆਉਣਾ ਹੈਗਾ। ਤੇ ਰਿਸਕ ਤੁਹਾਡਾ ਹਰ ਇੱਕ ਵਿੱਚ ਹੁੰਦਾ, ਕਿਸੇ ਵੀ ਤੁਸੀਂ ਇਨਵੈਸਟਮੈਂਟ ਕਰੋ। ਹਾਂ, ਉਹੀ ਆਪਾਂ ਜਿਹੜੀ ਪਹਿਲਾਂ ਮੈਂ ਗੱਲ ਕਰਕੇ ਹਟਿਆ, ਅਗਰ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪੈਸੇ 2 ਸਾਲ ਬਾਅਦ ਚਾਹੀਦੇ ਨੇ, ਜਾਂ ਕੋਈ ਫੈਮਿਲੀ ਦਾ ਫੰਕਸ਼ਨ ਹੈ, ਜਾਂ ਬੱਚੇ ਦੀ ਮੈਰਿਜ ਹੈ, ਜਾਂ ਸਮਥਿੰਗ ਲਾਈਕ ਦੈਟ, ਫਿਰ ਤੁਸੀਂ ਉਹ ਰਿਸਕ ਜਿਹੜੀ ਵੋਲੈਟਿਲਿਟੀ ਸਾਡੀ ਮਾਰਕੀਟ ਹੈ ਉਹਦੇ ਵਿੱਚ ਇਨਵੈਸਟ ਨਾ ਕਰੋ। ਫਿਰ ਤੁਸੀਂ ਆਪਣਾ ਸੇਫ GIC ਵਿੱਚ ਜਾਂ ਸੇਫ ਟੂਲਸ, ਬੌਂਡਸ, ETF, E-Trade, ਤੁਸੀਂ ਉਹ ਨਾਲ ਆਪਾਂ ਟ੍ਰੇਡਿੰਗ ਕਰਕੇ, ਔਰ ਇੰਡੈਕਸ ਫੰਡ ਥੋੜ੍ਹਾ ਜਿਹਾ ਮਿਊਚੁਅਲ ਫੰਡ ਮਿਕਸ ਹੁੰਦਾ, ਪਰ ਅਸੀਂ ਮਨੀ ਮਾਰਕੀਟ 'ਚ ਪਾ ਸਕਦੇ ਹਾਂ, ਉਹਨਾਂ ਵੀ ਰਿਟਰਨ ਮਿਲ ਜਾਂਦੀ ਹੈ, ਪਰ ਥੋੜ੍ਹਾ ਸੇਫ ਹੁੰਦਾ, ਇਨਵੈਸਟਮੈਂਟ ਸੇਫ ਹੁੰਦੀ ਹੈ, ਪਰ ਰਿਸਕ ਤੁਹਾਨੂੰ ਹਰ 'ਚ ਮਿਲੇਗਾ। ਜਿਵੇਂ ਅੱਗੇ ਵੀ ਮੈਂ ਪਰਸੋਂ ਤੇ ਕਿਹਾ, ਹੁਣ ਤੁਸੀਂ ਅਗਰ ਇੱਥੋਂ ਸਕਾਰਬੋ ਜਾਣਾ ਹੈਗਾ ਜਾਂ ਕਿਚਨਰ ਵਾਟਰਲੂ ਜਾਣਾ ਹੈ, ਹੁਣ ਤੁਸੀਂ ਹਾਈਵੇ ਤੇ ਜਾਓਗੇ, ਰਿਸਕ ਤਾਂ ਤੁਹਾਨੂੰ ਮਿਲੇਗਾ, ਠੀਕ ਹੈ। ਅਗਰ ਉਹੀ ਤੁਸੀਂ ਸੋਚਦੇ ਮੈਂ ਵਿੱਚੋਂ ਚਲਾ ਜਾ, ਛੋਟੀ ਛੋਟੀਆਂ ਸੀਟਾਂ ਤੇ, ਕਿਉਂਕਿ ਸਪੀਡ ਘੱਟ ਹੋ ਗਈ ਤਾਂ ਰਿਸਕ ਥੋੜਾ ਹੈਗਾ। ਰਿਸਕ ਇਜ਼ ਦੇਅਰ ਆਲਵੇਜ਼, ਰਿਸਕ ਹਮੇਸ਼ਾ ਹੁੰਦਾ, ਔਰ ਹਰ ਚੀਜ਼ 'ਚ ਹੁੰਦਾ ਰਿਸਕ। ਤੁਸੀਂ ਮਿਊਚੁਅਲ ਫੰਡਸ ਜਾਂ ਬੌਂਡਸ ਵਗੈਰਾ ਦੇ ਬਾਰੇ ਵਿੱਚ ਗੱਲਬਾਤ ਕੀਤੀ ਹੈ, ਥੋੜੀ ਜੀ ਇਸ ਵਿੱਚ ਕਿਸ ਤਰੀਕੇ ਨਾਲ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ, ਇਹਦੀ ਜਾਣਕਾਰੀ ਵੀ ਦਿਓ। ਜਿਹੜੇ ਬੌਂਡਸ ਹੁੰਦੇ ਆ, ਆਮ ਤੌਰ ਤੇ ਜੇ ਆਪਾਂ ਇੰਡੀਆ ਦੇ ਵਿੱਚ ਦੇਖੀਏ ਨਾ, ਇੰਡੀਆ 'ਚ ਆਪਾਂ ਕਹਿ ਦਿੰਦੇ ਸੀ FD,
ਫਿਕਸ ਡਿਪੋਜ਼ਿਟ ਕਿਹਾ ਹਾਂਜੀ। ਜਾਂਦਾ, ਇੱਥੇ ਕਿਹਾ ਜਾਂਦਾ GIC, ਗਰੰਟਡ ਇਨਵੈਸਟਮੈਂਟ ਸਰਟੀਫਿਕੇਟ। ਉਹ ਸਭ ਤੋਂ ਜ਼ਿਆਦਾ ਸੇਫ ਹੁੰਦੇ ਆ, 99.999 ਸੇਫ ਹੁੰਦੇ ਆ। ਮਤਲਬ ਕਿ ਆਪਾਂ ਬੈਂਕ ਤੋਂ ਜਾ ਕੇ, ਠੀਕ ਹੈ, ਰਿਟਰਨ ਤੁਹਾਨੂੰ ਥੋੜੀ ਮਿਲਦੀ ਆ ਅੱਜ ਦੀ ਡੇਟ ਤੇ, ਪਰ ਜ਼ਿਆਦਾ ਮਿਲਦੀ ਹੈ। ਅੱਜ ਕੱਲ੍ਹ ਤੁਹਾਨੂੰ 5.5% ਵੀ ਮਿਲ ਰਹੀ ਹੈ। ਤਾਂ ਠੀਕ ਹੈ, ਜਦੋਂ ਇੰਟਰਸਟ ਰੇਟ ਥੱਲੇ ਸੀ ਤਾਂ ਕਾਫੀ ਘੱਟ ਸੀ, ਪਰ ਅੱਜ ਦੀ 5-6% ਹੈ। ਇਹ ਟੋਟਲ ਸੇਫ ਹੈਗੇ ਆ। ਉਸ ਤੋਂ ਬਾਅਦ ਜਿਹੜੇ ਬੌਂਡਸ ਹੁੰਦੇ ਆ, ਬੌਂਡਸ ਦੋ ਤਰ੍ਹਾਂ ਦੇ ਇਸ਼ੂ ਕੀਤੇ ਜਾਂਦੇ ਹੈਗੇ ਆ। ਬੌਂਡਸ ਜਿਹੜੇ ਫੈਡਰਲ ਗਵਰਨਮੈਂਟ ਵੀ ਬੌਂਡਸ ਨੂੰ ਇਸ਼ੂ ਕਰਦੀ ਹੈ, ਐਂਡ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੀ ਬੌਂਡ ਕਰਦੀ ਹੈ। ਕਾਰਪੋਰੇਟ ਦਾ ਮਤਲਬ ਕਈ ਜਿਹੜੀਆਂ ਕੰਪਨੀਆਂ ਉਹ ਵੀ ਬੌਂਡ ਇਸ਼ੂ ਕਰਦੀਆਂ। ਉਹ ਬੌਂਡ ਸਿਕਿਉਰ ਹੁੰਦੇ ਆ। ਉਹ ਦੋ ਤਰੀਕੇ ਨਾਲ ਲਏ ਜਾਂਦੇ ਆ, ਇੱਕ ਹੁੰਦਾ ਪ੍ਰੀਮੀਅਮ ਰੇਟ, ਇੱਕ ਹੁੰਦਾ ਡਿਸਕਾਊਂਟ ਰੇਟ। ਉਹ ਬੌਂਡ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ, ਤੁਸੀਂ ਅੱਜ ਜਿਹੜੀ ਕੋਈ ਚੀਜ਼ ਬੌਂਡ ਬਾਏ ਕਰ ਲਿਆ ਜਾਂ ਇੱਕ ਨੋਟ ਬਾਏ ਕਰ ਲਿਆ, ਵੀ ਉਹ ਅਗਰ ਮੈਂ ਅੱਜ ਤੋਂ ਤੁਹਾਨੂੰ 2 ਸਾਲ ਬਾਅਦ ਉਹਦਾ $100 ਦੇਵਾਂਗਾ ਤੇ ਅੱਜ ਉਹ ਤੁਹਾਨੂੰ 95 ਦੇ ਮਿਲੇ, ਉਹਨੂੰ ਅਸੀਂ ਕਹਿੰਦੇ ਡਿਸਕਾਊਂਟਡ ਰੇਟ। ਉਹ ਸੇਫ ਹੁੰਦੇ ਆ, ਸਿਕਿਉਰ ਹੁੰਦੇ ਆ। ਫੈਡਰਲ ਬੌਂਡ, ਪ੍ਰੋਵਿੰਸ਼ੀਅਲ ਬੌਂਡ ਸੇਫ ਹੁੰਦੇ ਆ। ਹਾਂ, ਇੰਟਰਸਟ ਰੇਟ 5-4, 5-4-6 ਜ਼ਿਆਦਾ ਨਹੀਂ ਹੁੰਦਾ। ਜੇ ਕਈ ਉਹਦੇ ਤੁਹਾਨੂੰ 10% ਮਿਲ ਜਾਏਗਾ, 12% ਮਿਲ ਜਾਏਗਾ, ਨਹੀਂ। ਬੌਂਡ ਦੇ ਵਿੱਚ ਐਵਰੇਜ ਤੁਹਾਨੂੰ ਇੰਟਰਸਟ ਰੇਟ 3-4, ਕਿਉਂਕਿ ਅੱਜ ਕੱਲ੍ਹ ਦੀ ਮਾਰਕੀਟ 4-5 ਹੈਗਾ, ਵੀ ਇਹ ਤੁਹਾਨੂੰ ਮਿਲ ਜਾਂਦਾ। ਇਹ ਫੈਡਰਲ ਬੌਂਡਸ ਵੀ ਹੁੰਦੇ ਆ, ਪ੍ਰੋਵਿੰਸ਼ੀਅਲ ਦੇ। ਇੱਦਾਂ ਹੀ ਇੰਟਰਨੈਸ਼ਨਲ ਬੌਂਡਸ ਵੀ ਹੁੰਦੇ ਨੇ। ਉਹ ਤੁਸੀਂ ਕਈ ਕੰਟਰੀਆਂ ਵੀ ਆ, ਜਿਵੇਂ ਇਜ਼ਰਾਈਲ ਆਪਣੇ ਬੌਂਡ ਦਿੰਦਾ, ਮੀਨਸ ਕਈ ਕੰਟਰੀਆਂ 'ਚ ਤੁਸੀਂ ਇਨਵੈਸਟਮੈਂਟ, ਤੁਸੀਂ ਬੌਂਡ ਆਪਣੇ ਬਾਏ ਕਰ ਸਕਦੇ ਹੋ, ਕੋਈ ਬਹੁਤ ਸੇਫ ਹੁੰਦੇ। ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਸਾਡੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਅਸੀਂ ਦਿੱਲੀ ਤੱਕ ਤੋਂ ਬੋਲਦੇ, ਬੇਟੇ ਬਾਰੇ ਪੁੱਛਣਾ ਹੈ ਜੀ। ਹਾਂਜੀ, ਉਹ ਤਾਂ 8 ਜੁਲਾਈ 1987 ਜਨਮ ਹੈ ਜੀ, ਤੁਸੀਂ ਕਿਸ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ? ਇਸ ਵਕਤ ਜਿਹੜਾ ਸਾਡਾ ਪ੍ਰੋਗਰਾਮ ਹੈ, ਇਹ ਪੈਸਾ ਧੇਲਾ ਪ੍ਰੋਗਰਾਮ ਹੈ। ਇਨਵੈਸਟਮੈਂਟ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ। ਕਿਸ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੇਰਾ ਬੇਟਾ ਦਿੱਲੀ ਤੋਂ ਬੋਲਦੀ ਹਾਂ ਸੀ। ਹਾਂਜੀ। ਹਾਂ, ਤੇ ਮੇਰਾ ਬੇਟਾ ਹੈ 1987 ਜਨਮ ਉਹਦਾ, 8 ਜੁਲਾਈ 1987 ਦਾ। ਹਾਂਜੀ, ਤੇ ਉਹਦਾ ਤਲਾਕ ਹੋਇਆ ਤੇ ਵਿਆਹ ਬਾਰੇ ਪੁੱਛਣਾ ਜੀ, ਹੁਣ ਕਦੋਂ ਹੋਊਗਾ? ਉਹਦੇ ਬਾਰੇ ਵਿੱਚ ਤੁਸੀਂ ਆਪਣੇ ਕਿਸੇ ਲੀਗਲ ਐਡਵਾਈਜ਼ਰ ਤੋਂ ਹੈਲਪ ਲੈ ਸਕਦੇ ਹੋ। ਮੈਨੂੰ ਲੱਗਦਾ ਤੁਸੀਂ ਸ਼ਾਇਦ ਪ੍ਰੋਗਰਾਮ ਦੇ ਵਿੱਚ ਤੁਸੀਂ ਹੋਰ ਦੇਖ ਕੇ ਕਾਲ ਕਰ ਰਹੇ ਹੋ। ਮਾਫੀ ਚਾਹਾਂਗੇ ਜੀ। ਤੁਸੀਂ ਨੈਕਸਟ ਟਾਈਮ ਪ੍ਰੋਗਰਾਮ ਦੇ ਵਿੱਚ ਜਿਹੜੇ ਨੰਬਰਸ ਲਿਖਿਆ ਉੱਥੇ ਜ਼ਰੂਰ ਕੰਟੈਕਟ ਕਰ ਸਕਦੇ ਹੋ। ਸਰ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਬੌਂਡਸ ਦੇ ਬਾਰੇ ਵਿੱਚ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ, ਨਾਲ ਸ਼ੇਅਰ ਮਾਰਕੀਟ ਦੇ ਬਾਰੇ ਵਿੱਚ ਵੀ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ ਵੀ ਸ਼ੇਅਰ ਮਾਰਕੀਟ 'ਚ ਇਨਵੈਸਟਮੈਂਟ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਤੇ ਇਹ ਇਨਵੈਸਟਮੈਂਟ ਕਿੰਨੀ ਕੁ ਰਿਸਕ ਵਾਲੀ ਜਾਂ ਰਿਸਕ ਫ੍ਰੀ ਹੋ ਸਕਦੀ ਹੈ। ਦੇਖੋ, ਸ਼ੇਅਰ ਮਾਰਕੀਟ ਦੇ ਵਿੱਚ ਹੁਣ ਆਪਾਂ ਕਈ ਵਾਰੀ ਸ਼ੇਅਰ ਕਹਿ ਦਿੰਦੇ ਆ, ਜਿਵੇਂ ਟੋਰਾਂਟੋ ਸਟਾਕ ਐਕਸਚੇਂਜ ਹੈਗੀ ਆ, ਡੋ ਜੋਨ ਹੈਗੀ ਆ, ਜਾਂ ਇੰਡੀਆ ਦੇ ਵਿੱਚ ਜਿਹੜਾ ਬੰਬੇ ਸਟਾਕ ਐਕਸਚੇਂਜ ਆ, ਔਰ ਕਈ ਮੂਵੀਆਂ ਬਣੀਆਂ। ਸਟਾਕ ਐਕਸਚੇਂਜ ਕੀ ਹੁੰਦੇ ਆ, ਦੋ ਤਰ੍ਹਾਂ ਦੇ ਹੁੰਦੇ। ਇੱਕ ਤਾਂ ਹੁੰਦੇ ਮਿਊਚੁਅਲ ਫੰਡਸ, ਇੱਕ ਉਹਦੇ ਮਿਊਚੁਅਲ ਫੰਡਸ ਦੇ ਵਿੱਚ ਹੁੰਦੇ ਆ, ਇੱਕ ਫਿਰ ਤੁਹਾਡੇ ਜਿਹੜੇ ਮਿਊਚੁਅਲ ਫੰਡ ਹੁੰਦੇ ਆ ਤੁਹਾਡੇ ਨਾਨ ਰਜਿਸਟਰਡ ਹੁੰਦੇ ਆ ਫੰਡਸ ਵਿੱਚ। ਤਾਂ ਇੱਕ ਹੁੰਦੇ ਤੁਸੀਂ ਸਟਾਕ ਮਾਰਕੀਟ, ਸਟਾਕ, ਜਿਵੇਂ ਆਪਾਂ 에ਅਰ ਕੈਨੇਡਾ ਸਟਾਕ ਲੈ ਲਈਏ ਜਾਂ ਹੋਰ ਕੋਈ એનર્ਜੀ ਸਟਾਕ ਲੈ ਲਈਏ, ਤੇ ਉਹ ਸਟਾਕ ਮਤਲਬ ਕਿ ਉਹਨਾਂ ਨੇ ਵੈਲਿਊ ਪਾਈ, ਅੱਜ ਡੇਟ 'ਚ ਮੇਰਾ ਸਟਾਕ ਹੈ ਨਾ, ਤੇ ਉਹਦੇ ਹਿਸਾਬ ਨਾਲ ਉਹਨਾਂ ਦੇ ਜਿਵੇਂ ਉਹਨਾਂ ਦੀ ਪਰਫਾਰਮੈਂਸ ਚੱਲਦੀ ਹੈ ਤਾਂ ਸਟਾਕ ਦੀ ਵੈਲਿਊ ਵੱਧਦੀ ਰਹਿੰਦੀ ਹੈ ਔਰ ਘਟਦੀ ਵੀ ਰਹਿੰਦੀ ਹੈ। ਐਗਜ਼ਾਮਪਲ ਲੈ ਕੇ ਚੱਲੀਏ ਕਿ ਪੈਂਡੈਮਿਕ ਤੋਂ ਪਹਿਲਾਂ ਮੰਨ ਲੈਂਦੇ ਆਪਣੇ ਜਿਹੜੇ ਬੈਂਕਾਂ ਦੇ ਸਟਾਕ ਸੀ, ਉਹ $150 ਦਾ ਪਰ ਸਟਾਕ ਸੀ। ਮਤਲਬ ਕਿ ਅਗਰ ਤੁਸੀਂ ਇੱਕ ਸਟਾਕ ਬਾਏ ਕਰਨਾ, ਇੱਕ ਯੂਨਿਟ ਉਹਦਾ ਬਾਏ ਕਰਨਾ, ਉਹ $150 ਦਾ ਸੀਗਾ। ਪਰ ਜਦੋਂ ਪੈਂਡੈਮਿਕ ਹੋਇਆ, ਔਰ ਪੈਂਡੈਮਿਕ ਦੇ ਵਿੱਚ ਉਹੀ ਜਿਹੜੇ ਸਟਾਕ ਘਟ ਕੇ $50 ਤੇ ਆ ਗਏ। ਹੁਣ ਪੀਪਲ ਦੇ ਸਾਹਮਣੇ ਜਿਨ੍ਹਾਂ ਕੋਲ ਮਨੀ ਹੈ ਉਹਨਾਂ ਨੇ ਬਾਏ ਕਰ ਲਏ। ਹੁਣ ਰਿਸਕ ਸੀਗਾ ਵੀ ਕੀ ਪਤਾ ਹੋਰ ਥੱਲੇ ਨਾ ਚਲੇ ਜਾਣ, ਨਾ ਉਹ ਫਿਰ ਕਮ ਬੈਕ ਟੂ 150 ਆ ਗਏ। ਦੈਟਸ ਮੀਨਸ ਕਿ ਉਹਨਾਂ ਨੇ $50 ਤੋਂ $100 ਪਰ ਸਟਾਕ ਬਣਾ ਲਿਆ। ਡਿਪੈਂਡ ਕਿੰਨਾ ਹੋ ਗਿਆ। ਐਦਾਂ ਜਿਹੜੇ ਮਿਊਚੁਅਲ ਫੰਡ ਹੁੰਦੇ ਕਾਮਨ ਸ਼ੇਅਰਸ ਹੁੰਦੇ ਆ, ਕਾਮਨ ਸ਼ੇਅਰ ਐਂਡ ਪ੍ਰੈਫਰਡ ਸ਼ੇਅਰ। ਕੰਪਨੀਆਂ ਪੈਸੇ ਰੇਜ਼ ਕਰਨ ਵਾਸਤੇ ਤਾਂ ਉਹ ਆਪਣੇ ਸ਼ੇਅਰ ਸੈੱਲ ਕਰਦੀਆਂ, ਪਬਲਿਕਲੀ ਸੈੱਲ ਕਰਦੀਆਂ, ਉਹ ਮਾਰਕੀਟ ਦੇ ਵਿੱਚ ਆਪਣਾ ਸੈੱਲ ਕੀਤੇ ਜਾਂਦੇ ਨੇ ਸ਼ੇਅਰਸ, ਔਰ ਉਹ ਜੇ ਸ਼ੇਅਰਸ ਹੈਗਾ ਅੱਗੇ ਇਨਵੈਸਟ ਕੀਤੇ ਜਾਂਦੇ। ਲਾਈਕ ਤੁਸੀਂ 1 ਯੂਨਿਟ ਪ੍ਰਾਈਸ ਕਰ ਲਓ, ਇੱਕ ਸ਼ੇਅਰ ਦੀ ਵੈਲਿਊ $9 ਹੈ, ਤਾਂ ਉਹਦੀ ਅਗਰ ਅੱਜ ਤੋਂ 2-4 ਮਹੀਨਿਆਂ ਬਾਅਦ ਦੇਖਾਂਗੇ ਉਹਦੀ ਵੈਲਿਊ, ਜੋ ਕੰਪਨੀ ਦਾ ਪ੍ਰੋਫਿਟਸ ਹੈ, ਸ਼ੇਅਰ ਹੈ, ਐਂਡ ਅਰਨਿੰਗ ਕੀ ਹੈਗੀ ਆ, ਉਹ ਸਾਰੀਆਂ ਰਿਲਾਇਬਿਲਿਟੀ ਕੱਢ ਕੇ ਉਸ ਤੋਂ ਬਾਅਦ ਉਹ ਦੱਸਦੇ ਵੀ ਸਾਡੀ ਕੰਪਨੀ ਪ੍ਰੋਫਿਟ ਜਾ ਰਹੀ ਹੈ, ਤਾਂ ਨੈਚੁਰਲੀ ਹੌਲੀ ਹੌਲੀ ਸ਼ੇਅਰ ਦੀ ਵੈਲਿਊ ਹਾਈ ਹੋ ਜਾਂਦੀ ਹੈ। ਇਹ ਮੀਨਸ ਇਹ ਬੇਸਿਕਲੀ ਸ਼ੇਅਰ ਮਾਰਕੀਟ, ਮਿਊਚੁਅਲ ਫੰਡਸ, ਬੌਂਡਸ, ਇਹ
ਪਰ ਵੈਲਿਊ ਪਰ ਯੂਨਿਟ ਦੇ ਹਿਸਾਬ ਨਾਲ ਚੱਲਦੇ ਨੇ ਔਰ ਇਹ ਤੁਸੀਂ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਸਾਡੇ ਕੋਲ ਵੀ ਬਾਈ ਕਰ ਸਕਦੇ ਹੋ ਤੁਸੀਂ ਸਿੱਧਾ ਇੰਡੀਪੈਂਡੈਂਟ ਵੀ ਸੈਲਫ ਡਾਇਰੈਕਟ ਵੀ ਬਾਈ ਕੀਤੇ ਜਾ ਸਕਦੇ ਆਮ ਤੌਰ ਤੇ ਖਾਸ ਤੌਰ ਤੇ ਸਾਡੀ ਕਮਿਊਨਿਟੀ ਦੇ ਵਿੱਚ ਇਹਦੇ ਬਾਰੇ ਵਿੱਚ ਥੋੜੀ ਜੀ ਘੱਟ ਅਵੇਅਰਨੈਸ ਵੀ ਹੈਗੀ ਤੇ ਨੌਲੇਜ ਵੀ ਘੱਟ ਹੈਗੀ ਆ ਸੋ ਜੇਕਰ ਉਹ ਕਿਸੇ ਦੀ ਜਿਵੇਂ ਸਰਵਿਸਿਜ਼ ਲੈਣਾ ਚਾਹੁੰਦੇ ਆ ਕਿ ਇਹਦੇ ਲਈ ਤੁਹਾਡੇ ਬਿਹਾਫ ਦੇ ਉੱਤੇ ਕੋਈ ਸਰਵਿਸਿਜ਼ ਦੇ ਸਕਦਾ ਜਿਵੇਂ ਤੁਸੀਂ ਇਹਦੇ ਬਾਰੇ ਕੋਈ ਜਾਣਕਾਰੀ ਦੇ ਸਕੋ ਕਿ ਕਿਹਦੇ ਵਿੱਚ ਇਨਵੈਸਟਮੈਂਟ ਤੁਹਾਨੂੰ ਕਰਨੀ ਚਾਹੀਦੀ ਆ ਕਦੋਂ ਤੁਹਾਨੂੰ ਹੁਣ ਵਿਡਰਾਅ ਕਰਨੀ ਚਾਹੀਦੀ ਜਾਂ ਕਦੋਂ ਪੈਸੇ ਤੁਹਾਨੂੰ ਵਾਪਸ ਲੈਣੇ ਚਾਹੀਦੇ ਆ ਕਦੋਂ ਸ਼ੇਅਰ ਵੇਚਣੇ ਚਾਹੀਦੇ ਆ ਇਹਦੇ ਬਾਰੇ ਕੀ ਸਾਰੀ ਜਾਣਕਾਰੀ ਦਿੰਦੇ ਹੋ ਨਾਲ ਹਾਂਜੀ ਮੋਸਟ ਸਾਰੀ ਜਾਣਕਾਰੀ ਦਿੰਦੇ ਅਗਰ ਸਾਡੀਆਂ ਸਲਾਹ ਲੈਣਾ ਚਾਹੁੰਦੇ ਅਸੀਂ ਸਲਾਹ ਦੇ ਦਈਏ ਅਗਰ ਤੁਸੀਂ ਸੈਲਫ ਡਾਇਰੈਕਟ ਕਰਨਾ ਚਾਹੁੰਦੇ ਹੋ ਸਟਾਕ ਮਾਰਕੀਟ ਸੈਲਫ ਡਾਇਰੈਕਟ ਵੀ ਕੀਤਾ ਜਾ ਸਕਦਾ ਨਹੀਂ ਤਾਂ ਫਿਰ ਸਾਡੇ ਕੋਲ ਆ ਕੇ ਅਸੀਂ ਉਹਨਾਂ ਪੂਰਾ ਪੋਰਟਫੋਲੀਓ ਬਣਾ ਕੇ ਦੱਸਦੇ ਵੀ ਅਸੀਂ ਅਪਰੋਕਸੀਮੇਟਲੀ ਇਸ ਮਾਰਕੀਟ ਦੇ ਵਿੱਚ ਅਸੀਂ ਇਨਵੈਸਟ ਕਰਾਂਗੇ ਔਰ ਯੂਜ਼ਲੀ ਅਸੀਂ 100% ਆਪਾਂ ਕਹਿੰਦੇ ਹੁੰਦੇ ਹਾਂ ਕਿ ਸਾਰੇ ਅੰਡੇ ਇੱਕ ਬਾਸਕਟ 'ਚ ਨਹੀਂ ਪਾਉਂਦੇ ਨਾਟ ਪੁੱਟਿੰਗ ਆਲ ਐਗਸ ਇਨ ਵਨ ਬਾਸਕਟ ਦੈਨ ਅਸੀਂ ਉਹ ਪੋਰਟਫੋਲੀਓ ਬਣਾ ਕੇ ਉਹਦੇ ਵਿੱਚ ਕੁਝ ਥੋੜਾ ਰਿਸਕੀ ਹੋ ਜਾਂਦੇ ਆ ਕੁਝ ਰਿਸਕ ਵਾਲੇ ਕੁਝ ਲੋ ਰਿਸਕ ਵਾਲੇ ਕੁਝ ਥੋੜਾ ਹਾਈ ਪਰਫਾਰਮ ਦੇ ਅਸੀਂ ਬੈਲੈਂਸ ਪੋਰਟਫੋਲੀਓ ਜਿਹਾ ਬਣਾ ਕੇ ਤੇ ਉਹਨਾਂ ਦਾ ਇਨਵੈਸਟਮੈਂਟ ਕਰ ਦਈਦੇ ਆ ਡਿਫਰੈਂਟ ਟਾਈਪ ਦੇ ਅਗਰ ਸਟਾਕਸ ਕਰਨਾ ਚਾਹੁੰਦੇ ਤਾਂ ਅਸੀਂ ਥਰੂ ਸੈਲਫ ਡਾਇਰੈਕਟ ਉਹਨਾਂ ਦੇ ਸਟਾਕਸ ਕਰਾ ਦਈਦੇ ਆ ਔਰ ਜੇ ਤੁਸੀਂ ਸੈਗਰੀਗੇਟਡ ਫੰਡਸ ਜਿਹੜੇ ਹੁੰਦੇ ਆ ਉਸ ਨੀਅਰ ਅਬਾਊਟ 75-100% ਸਿਕਿਉਰ ਹੁੰਦੇ ਆ 75 to 100% ਸਿਕਿਉਰ ਹੁੰਦੇ ਆ ਅਸੀਂ ਉਹਨਾਂ ਵਿੱਚ ਵੀ ਉਹਨਾਂ ਦੀ ਇਨਵੈਸਟਮੈਂਟ ਕਰਦੇ ਆ ਪਰ ਮੈਂ ਆਪਣੇ ਸਰੋਤਿਆਂ ਨੂੰ ਛੋਟੀ ਜਿਹੀ ਜਾਣਕਾਰੀ ਦੇ ਦਿੰਦਾ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਅਗਰ ਅੱਜ ਅਸੀਂ ਇਨਵੈਸਟ ਕੀਤੇ ਆ ਤੇ ਕੱਲ ਨੂੰ ਮਾਰਕੀਟ ਤੁਹਾਡੀ ਉੱਪਰ ਚਲੇਗੀ ਕਿਉਂਕਿ ਅਸੀਂ ਵੀ ਇਨਵੈਸਟਮੈਂਟ ਅਸੀਂ ਮਾਰਕੀਟ ਦੀ ਸਟ੍ਰੈਟਜੀ ਦੇਖ ਕੇ ਔਰ ਜਿਹੜੀ ਕੰਪਨੀ ਦਾ ਪੋਰਟਫੋਲੀਓ ਦੇਖ ਕੇ ਕਿੱਧਰ ਜਾ ਰਿਹਾ ਉਹ ਕੰਪਨੀ ਪੋਰਟਫੋਲੀਓ ਉੱਪਰ ਥੱਲੇ ਹੁੰਦੀਆਂ ਰਹਿੰਦੀਆਂ ਨੇ ਉੱਪਰ ਥੱਲੇ ਹੁੰਦੀਆਂ ਨੇ ਪਰ ਇਹਦੇ ਵਾਸਤੇ ਸਾਨੂੰ ਮਿਨੀਮਮ ਜਿਹੜੀ ਇਨਵੈਸਟਮੈਂਟ ਹੈਗੀ ਆ 5 ਤੋਂ 7 8 10 ਸਾਲ ਰੱਖਣੀ ਪੈਂਦੀ ਹੈ ਉਹ ਕਿਉਂ ਹੈ ਕਿ ਅਗਰ ਮਾਰਕੀਟ ਇੱਕ ਦੋ ਵਾਰੀ ਥੱਲੇ ਗਏਗੀ ਬਾਉਂਸ ਥੱਲੇ ਜਾਂ ਮਾਰਕੀਟ ਥੱਲੇ ਜਾਏਗੀ ਤਾਂ ਉੱਪਰ ਵੀ ਆਏਗੀ ਤਾਂ ਆਪਾਂ ਰੀਬੈਲੈਂਸ ਹੋ ਜਾਂਦਾ ਹੈਗਾ ਤੁਸੀਂ ਰੀਬੈਲੈਂਸ ਦੀ ਗੱਲ ਆਖੀ ਆਮ ਤੌਰ ਤੇ ਐਕਸਪੈਕਟੇਸ਼ਨਸ ਬਹੁਤ ਹੁੰਦੀਆਂ ਨੇ ਕਿ ਅਸੀਂ ਇਨਵੈਸਟਮੈਂਟ ਕੀਤੀ ਹੈ ਤਾਂ ਵੀ ਸਾਨੂੰ ਹਮੇਸ਼ਾ ਪੋਜ਼ਿਟਿਵ ਹੀ ਰਿਜ਼ਲਟ ਮਿਲੇ ਕਿ ਇਨਵੈਸਟਮੈਂਟ ਜਿਹੜੀ ਕੀਤੀ ਜਾਂਦੀ ਹੈ ਐਕਸਪੈਕਟੇਸ਼ਨਸ ਦੇ ਅਕੋਰਡਿੰਗ ਉਹਦੇ ਰਿਜ਼ਲਟ ਆਉਂਦੇ ਆ ਵੀ ਜਾਂਦੇ ਨੇ ਸਮ ਟਾਈਮ ਨਹੀਂ ਵੀ ਆਉਂਦੇ ਰਿਸਕ ਫੈਕਟਰ ਦੇਖੋ ਹੁਣ ਰਿਸਕ ਫੈਕਟਰ ਹੈ ਹੁਣ ਆਪਾਂ ਜੇ ਪੈਂਡੈਮਿਕ ਦੀ ਗੱਲ ਕਰ ਲਈਏ ਕਿਉਂਕਿ ਦੇਖੋ ਪਹਿਲਾਂ ਕੀ ਹੁੰਦਾ ਸੀ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਕੀ ਹੁੰਦਾ ਸੀ ਇੱਕ ਕੰਪਨੀ ਹੈ ਇੱਕੋ ਕੰਟਰੀ ਵਿੱਚ ਹੈ ਉੱਥੇ ਚੱਲ ਰਿਹਾ ਉੱਥੇ ਪ੍ਰੋਫਿਟ ਹੈ ਹੁਣ ਅੱਜ ਕੱਲ੍ਹ ਹੈਗਾ ਸਾਰਾ ਵਰਲਡ ਵਾਈਡ ਮੀਨਸ ਹਰ ਕੰਪਨੀ ਦੇ ਆਫਿਸਿਸ ਹਰ ਕੰਪਨੀ ਦੇ ਚੀਜ਼ਾਂ ਵਰਲਡ ਵਾਈਡ ਚੱਲਦੀਆਂ ਨੇ ਲਾਈਕ ਅਗਰ ਕੋਈ ਕੰਪਨੀ ਕੋਈ ਮੈਨੂਫੈਕਚਰ ਕਰ ਰਹੀ ਹੈ ਉਹ ਚਾਈਨਾ 'ਚ ਵੀ ਕਰ ਰਹੀ ਹੈ ਇੰਡੀਆ 'ਚ ਵੀ ਕਰ ਰਹੀ ਹੈ ਹੋਰ ਢਾਕਾ 'ਚ ਮਲੇਸ਼ੀਆ 'ਚ ਵੀ ਕਰ ਰਹੀ ਹੈ ਮੰਨ ਲੈਂਦੇ ਹਾਂ ਕਿ ਉਸੇ ਕੰਪਨੀ ਦੀ ਇੱਧਰ ਤੋਂ ਪ੍ਰੋਫਿਟ ਬਣ ਰਿਹਾ ਉਹਨਾਂ ਨੂੰ ਉਸੇ ਕੰਪਨੀ ਦਾ ਉੱਥੇ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਇੰਡਸਟਰੀ ਪ੍ਰੋਬਲਮ ਆ ਜਾਂਦੀ ਹੈ ਜੇ ਫੈਕਟਰੀ ਥੋੜਾ ਜਿਹਾ ਬੰਦ ਹੋ ਜਾਂਦੀ ਕੋਈ ਸੋ ਮੈਨੀ ਥਿੰਗਸ ਇਨਵੋਲਵ ਹੁੰਦੀਆਂ ਨੇ ਉਹ ਚੀਜ਼ ਕੋਈ ਆ ਜਾਂਦੀ ਹੈ ਤੇ ਨੈਚੁਰਲੀ ਪ੍ਰੋਫਿਟ ਥੱਲੇ ਹੋ ਜਾਏਗਾ ਠੀਕ ਹੈ ਨਾ ਕੋਈ ਜਿਹੜਾ ਅਸੀਂ ਕਰਨਾ ਕਿ ਉਹਨੇ ਕੰਪਨੀ ਦੀ ਸਾਰੀ ਬੈਲੈਂਸ ਸ਼ੀਟ ਦੇਖ ਕੇ ਸਾਰਾ ਪੂਰਾ ਬੈਲੈਂਸ ਸ਼ੀਟ ਦੇਖ ਕੇ ਜਿੱਥੇ ਉਹਨਾਂ ਦੇ ਕੰਪਨੀ ਦੇ ਆਫਿਸ ਜਿੱਥੇ ਆਪਰੇਸ਼ਨ ਉਹਨਾਂ ਚੱਲ ਰਿਹਾ ਉਹ ਸਾਰੇ ਨਾਲ ਹੀ ਚੱਲਣਾ ਉਹਨਾਂ ਨਾਲ ਉਹਦੇ ਨਾਲ ਹੀ ਪਤਾ ਲੱਗਦਾ ਕੰਪਨੀ ਕਿੰਨੀ ਕੁ ਉੱਪਰ ਹੈ ਕਿੰਨੀ ਕੁ ਥੱਲੇ ਹੈ ਤਾਂ ਉਹਦੇ ਹਿਸਾਬ ਨਾਲ ਫਿਰ ਤੁਸੀਂ ਅਗਰ ਸੋਚੋ ਕਿ ਨਹੀਂ ਜੀ ਮੈਨੂੰ ਐਕਸਪੈਕਟੇਸ਼ਨ ਆ ਸੀ ਤੇ ਲੋ ਹੋ ਗਈ ਹਾਂਜੀ ਇਹ ਲੋ ਵੀ ਹੋ ਸਕਦੀ ਕੋਈ ਜ਼ਰੂਰੀ ਨਹੀਂ ਹੈ ਹੁਣ ਜਿਵੇਂ ਪੈਂਡੈਮਿਕ ਆ ਗਿਆ ਕੋਈ ਐਦਾਂ ਦੀ ਕੋਈ ਹੋਰ ਚੀਜ਼ ਆ ਜਾਏ ਜਿਵੇਂ ਸੁਨਾਮੀ ਕਿਤੇ ਕੰਟਰੀ 'ਚ ਆ ਜਾਂਦਾ ਟਰਨੇਡੋ ਆ ਜਾਂਦਾ ਜਾਂ ਹੋਰ ਚੀਜ਼ ਆ ਜਾਂਦਾ ਤੋ ਜਿਹੜਾ ਤੁਹਾਡੀ ਕੰਪਨੀ ਦਾ ਪਰਫਾਰਮੈਂਸ ਹੈ ਜਾਂ ਜਿਹੜਾ ਕੰਮ ਚੱਲ ਰਿਹਾ ਹੁੰਦਾ ਉਹ ਪਾਜ਼ ਹੋ ਜਾਂਦਾ 2 ਮਹੀਨੇ 6 ਮਹੀਨੇ ਠੀਕ ਹੈ ਇਟ ਕਮ ਬੈਕ ਕੋਈ ਪ੍ਰੋਬਲਮ ਨਹੀਂ ਹੈ ਬਟ ਉਹ ਟਾਈਮ ਵਾਸਤੇ ਸਟਾਪ ਹੋ ਗਿਆ ਨੈਚੁਰਲੀ ਉਹਦੇ ਨਾਲ ਰੈਵਨਿਊ ਘਟੇਗਾ ਐਕਸਪੈਂਸ ਉਹਨਾਂ ਦੇ ਉਦਾਂ ਹੀ ਹੈ ਆਫਿਸ ਉਹਨਾਂ ਦਾ ਉਦਾਂ ਹੀ ਹੈ ਇੰਸ਼ੋਰੈਂਸ ਉਹਨਾਂ ਦਾ ਉਦਾਂ ਹੀ ਉਹ ਖਰਚੇ ਰਹਿਣਗੇ ਤਾਂ ਤੁਹਾਡੀ ਜਿਹੜੀ ਅਰਨਿੰਗ ਹੈ ਉਹ ਰਿਡਿਊਸ ਹੋ ਜਾਏਗੀ ਅਰਨਿੰਗ ਪਰ ਸ਼ੇਅਰ ਜਿਹੜੇ ਨੂੰ ਆਪਾਂ ਕਹਿੰਦੇ ਉਹ ਥੋੜੀ ਰਿਡਿਊਸ ਹੋ ਜਾਏਗੀ ਤਾਂ ਐਕਸਪੈਕਟੇਸ਼ਨ ਤੋਂ ਘੱਟ ਵੀ ਹੋ ਜਾਂਦਾ ਇਹ ਕੋਈ ਜ਼ਰੂਰੀ ਨਹੀਂ ਹੈ ਔਰ ਉਸ ਤੋਂ ਉੱਪਰ ਵੀ ਹੋ ਜਾਂਦਾ ਪਰ ਉਹ ਤੁਹਾਡੀ ਸੇਫਟੀ ਸਿਕਿਉਰਿਟੀ ਹੈ ਕਿ ਤੁਹਾਨੂੰ 5 ਸਾਲ ਅਗੇ 10 ਸਾਲ ਤੱਕ ਤੁਹਾਨੂੰ ਉਸ 'ਚ ਇਨਵੈਸਟਮੈਂਟ ਕਰਨੀ ਪਏਗੀ ਔਰ ਤੁਹਾਨੂੰ ਥੋੜਾ ਕੀਪ ਕਰਨਾ ਰਹਿਣਾ ਪਏਗਾ ਇਹ ਨਹੀਂ ਆਪਾਂ ਬਾਉਂਸ ਬੈਕ ਕਰ ਦਈਏ ਇੱਧਰੋਂ ਉੱਧਰ ਉਹਦੇ ਨਾਲ ਕੀ ਹੁੰਦਾ ਕਿ ਕਸਟਮਰ ਦਾ ਨੁਕਸਾਨ ਹੁੰਦਾ ਜੇ ਆਪਾਂ ਇੱਕ ਕੰਪਨੀ 'ਚੋਂ ਬਾਉਂਸ ਬੈਕ ਕਰਕੇ ਦੂਜੀ ਕੰਪਨੀ ਜਾਂਦੇ ਹਾਂ ਦੂਜੀ ਤੀਜੀ ਜਾਂਦੇ ਉਹ ਕੈਪੀਟਲ ਲਾਸ ਕੈਪੀਟਲ ਗੇਨ ਉਹਦੇ 'ਚ ਹੋ ਜਾਂਦਾ ਤੇ ਉਹ ਫਿਰ ਤੁਹਾਡਾ ਕਾਫੀ ਉਹਦੇ 'ਚ ਨੁਕਸਾਨ ਹੋ ਜਾਂਦਾ ਪਰ ਆ ਜਾਂਦੇ ਐਕਸਪੈਕਟੇਸ਼ਨਸ ਆਮ ਤੌਰ ਤੇ ਜਿਵੇਂ ਹੁਣ ਜੇਕਰ ਕੋਈ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਰੈਂਟ ਵੀ ਬਹੁਤ ਜ਼ਿਆਦਾ ਵੱਧ ਰਹੇ ਨੇ ਤੇ ਜਿਹੇ ਦੇ ਵਿੱਚ ਜੇਕਰ ਆਪਣੀ ਇਨਕਮ ਦਾ ਅਰਾਊਂਡ 30% ਉਹ ਰੈਂਟ ਦੇ ਵਿੱਚ ਹੀ ਦੇ ਰਹੇ ਨੇ ਤਾਂ ਕੀ ਉਹਨਾਂ ਲਈ ਇਨਵੈਸਟਮੈਂਟ ਇੱਕ ਆਪਸ਼ਨ ਹੋ ਸਕਦਾ ਜਾਂ ਕੀ ਉਹ ਇਨਵੈਸਟਮੈਂਟ ਕਰ ਸਕਦੇ ਅੱਜ ਦੀ ਡੇਟ 'ਚ ਥੋੜਾ ਰੈਂਟ ਜਿਵੇਂ ਤੁਸੀਂ ਕਿਹਾ ਪਹਿਲਾਂ ਥੋੜੇ ਘੱਟ ਸੀਗੇ ਹੁਣ ਦੀ ਡੇਟ 'ਚ ਕਾਫੀ ਅੱਜ ਦੀ ਮੋਸਟਲੀ ਇਨਕਮ ਦੀ ਨੰਬਰਸ ਮੇਰਾ ਥੋੜਾ ਆਫ ਹੋਇਆ ਵਾ ਅਪਰੋਕਸੀਮੇਟਲੀ 60 to 70% ਰੈਂਟ 'ਚ ਜਾ ਰਿਹਾ ਪਰ ਪ੍ਰੋਬਲਮ ਉਹ ਹੈਗੀ ਹੈ ਕਿ ਅਗਰ ਤੁਹਾਡਾ 60% ਰੈਂਟ ਦੇ ਵਿੱਚ ਜਾ ਰਿਹਾ ਹੈਗਾ ਹੁਣ ਮੇਨ ਕਨਸਰਨ ਇਹ ਹੈ ਕਿ ਜੇ 60% ਦਾ ਰੈਂਟ ਜਾ ਰਿਹਾ ਕੀ ਉਹਨੂੰ ਰੀਅਲ ਸਟੇਟ ਇਨਵੈਸਟਮੈਂਟ ਕਰਨ ਲਈ ਉਹਦੇ ਕੋਲ ਇੰਨੇ ਫੰਡ ਹੈਗੇ ਆ ਡਾਊਨ ਪੇਮੈਂਟ ਦੇਣ ਲਈ ਕੱਲੀ ਡਾਊਨ ਪੇਮੈਂਟ ਨਹੀਂ ਹੈ
ਅਗਰ ਉਹ ਰੀਅਲ ਸਟੇਟ ਵਿੱਚ ਲੈਣਾ ਚਾਹੁੰਦਾ, ਅਗਰ ਕਿਤੇ ਲਾਈਕ ਕੌਂਡੋ ਲੈਣਾ ਚਾਹੁੰਦਾ ਜਾਂ ਟਾਊਨ ਹਾਊਸ ਲੈਣਾ, ਜੋ ਵੀ ਹੈ, ਕਿਹੜੇ ਏਰੀਆ 'ਚ ਲੈਣਾ, ਨੰਬਰ 1 ਮੇਨ ਇੰਪੋਰਟੈਂਟ ਥਿੰਗ ਹੈਗਾ। ਸੈਕਿੰਡ ਹੈਗਾ ਕਿ ਕੀ ਉਹਦੀ ਪੇਮੈਂਟਸ ਰੈਂਟ ਦੇ ਇਕੁਅਲ ਹੈਗੇ, ਠੀਕ ਹੈ, ਇਕੁਅਲ ਹੈਗੀ ਹੈ ਜਾਂ ਉਹ ਤੋਂ ਘੱਟ ਹੈਗੀ ਹੈ। ਨੈਚੁਰਲੀ ਉਹ ਤੋਂ ਬਾਅਦ ਉਹਦਾ ਕੋਈ ਪ੍ਰੋਪਰਟੀ ਟੈਕਸ ਵੀ ਆਏਗਾ ਜਾਂ ਕੌਂਡੋ ਫੀ ਆਏਗੀ ਜਾਂ ਰੈਂਟ ਉਹਦੀ ਮੇਨਟੇਨੈਂਸ ਰਿਪੇਅਰ ਵੀ ਹੈਗੇ। ਜੇ ਅਗਰ ਆਪਾਂ ਉਸ ਗੱਲ ਨੂੰ ਲੈ ਕੇ ਚੱਲੀਏ ਤਾਂ ਰੈਂਟ ਤੋਂ ਜਿੰਨਾ ਕੁ ਤੁਹਾਡਾ ਰੈਂਟ ਹੈ ਉਹਦਾ ਤੁਸੀਂ ਨੀਅਰ ਅਬਾਊਟ 40-50% ਹੋਰ ਐਡ ਕਰ ਲਓ। ਅਗਰ ਉਹ ਸਟੇਜ ਵਿੱਚ ਹੈਗਾ ਤਾਂ ਉਸ ਸਟੇਜ ਵਿੱਚ ਤੁਸੀਂ ਉਹਨੂੰ ਇਨਵੈਸਟਮੈਂਟ ਲਈ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਰੀਅਲ ਸਟੇਟ ਇਨਵੈਸਟਮੈਂਟ ਕਰ ਲਓ। ਨਾ ਕਿ ਤੁਸੀਂ ਇਹ ਸੋਚ ਕੇ ਕਰੋ ਦੇਖੋ ਜੀ ਚਲੋ ਕੋਈ ਗੱਲ ਨਹੀਂ ਸਾਡੀ ਮੌਰਗੇਜ ਪੇਮੈਂਟ ਇੱਥੋਂ ਹੋ ਜਾਏਗੀ, ਬਾਕੀ ਅਸੀਂ ਆਪਾਂ ਨੂੰ ਰੈਂਟ ਤੇ ਚਾੜ ਦਿਆਂਗੇ, ਰੈਂਟ ਆ ਜਾਏਗਾ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਰੈਂਟ ਕੰਟੀਨਿਊ ਮਿਲੇਗਾ। ਹੋ ਸਕਦਾ ਤੁਹਾਡਾ 2 ਮਹੀਨੇ 8 ਮਹੀਨੇ ਉਹ ਪ੍ਰੋਪਰਟੀ ਰੈਂਟ ਤੇ ਨਾ ਹੋਵੇ, ਫਿਰ ਕਿੱਥੋਂ ਦਿਓਗੇ? ਦੈਟਸ ਅ ਮੇਨ ਥਿੰਗ। ਹਾਂ ਤੁਸੀਂ ਇਨਵੈਸਟਮੈਂਟ ਵਿੱਚ ਲੈ ਸਕਦੇ ਹੋ, ਕਿੰਨਾ ਰੈਂਟ ਦਿੰਦੇ ਹੋ, ਪਰ ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਵੀ ਦੇਖਣਾ ਕਿ ਲੌਂਗ ਟਰਮ ਵਾਸਤੇ ਤੁਸੀਂ ਉਹ ਜਿਹੜਾ ਰੈਂਟਸ ਹੈਗਾ ਮਿਨੀਮਮ ਤੁਹਾਡੇ ਕੋਲ 12 ਮਹੀਨੇ ਲਈ ਜਾਂ 18 ਮਹੀਨੇ ਵਾਸਤੇ ਉਹ ਇਨਵੈਸਟਮੈਂਟ ਦੇ ਵਾਸਤੇ ਜਿਹੜੀ ਤੁਸੀਂ ਇਨਵੈਸਟਮੈਂਟ ਕੀਤੀ ਹੈ ਉਹਦੀ ਅਗਰ ਰੈਂਟ ਤੇ ਨਾ ਚੜ ਸਕੇ ਜਾਂ ਇਨਕਮ ਨਾ ਜਨਰੇਟ ਕਿਸੇ ਪਾਸੇ ਹੋ ਸਕੇ, ਕੀ ਆਪਾਂ ਉਹਦੀ ਪੇਮੈਂਟ ਨੂੰ ਦੇ ਸਕਦੇ ਹਾਂ, ਉਹਨਾਂ ਲੌਂਗ ਟਰਮ ਤੇ ਦੇ ਸਕਦੇ ਜਾਂ ਨਹੀਂ ਦੇ ਸਕਦੇ। ਜੇਕਰ ਕਿਸੇ ਉੱਤੇ ਕਿਸੇ ਵੀ ਟਾਈਪ ਦਾ ਕੋਈ ਲੋਨ ਹੈਗਾ, ਤੁਸੀਂ ਪਹਿਲਾਂ ਵੀ ਇਹਦੇ ਬਾਰੇ ਵਿੱਚ ਗੱਲਬਾਤ ਕੀਤੀ ਆ, ਪਰ ਲੋਨ ਦੇਣਾ ਜ਼ਿਆਦਾ ਅਕਲਮੰਦੀ ਹੈ ਜਾਂ ਫਿਰ ਨਾਲ ਦੇ ਨਾਲ ਇਨਵੈਸਟਮੈਂਟ ਕਰਨਾ ਵੀ ਉਹਦੇ ਲਈ ਜ਼ਰੂਰੀ ਹੈ, ਜਾਂ ਕਿਸ ਹਾਲਾਤ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ? ਯੂਜ਼ਲੀ ਲੋਨ ਪਹਿਲਾਂ ਬਹੁਤ ਸਾਡੇ ਇੱਥੇ ਚੱਲਦਾ ਸੀ ਜਦੋਂ ਕਿ ਨਾ ਪ੍ਰਾਈਮ ਰੇਟ ਕਾਫੀ ਘੱਟ ਸੀਗਾ। ਪ੍ਰਾਈਮ ਰੇਟ ਮਤਲਬ ਕਿ 2% ਤੇ ਸੀਗਾ, ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਕਰੀਏ, ਪਲੱਸ ਕੰਪਨੀ 1% 3% ਇੰਟਰਸਟ ਤੇ ਅਸੀਂ ਕਈ ਇਨਵੈਸਟਰਸ ਨੇ ਲੋਨ ਲੈ ਕੇ ਵੀ, ਕਿਉਂਕਿ ਕਈ ਸਾਡੀ ਕੰਪਨੀਆਂ ਹੈਗੀਆਂ ਉਹਨੂੰ ਲੈਵਰੇਜਿੰਗ ਅਸੀਂ ਕਹਿ ਦਿੰਦੇ ਹਾਂ। ਲੈਵਰੇਜਿੰਗ ਦੇ ਵਿੱਚ ਕੰਪਨੀਆਂ ਤੁਹਾਨੂੰ ਲੋਨ ਦੇ ਦਿੰਦੀਆਂ ਨੇ ਵੀ ਤੁਸੀਂ ਸਾਨੂੰ 5% ਵਿਆਜ ਦਿਓ, ਤੁਸੀਂ ਅੱਗੇ ਜਿੰਨਾ ਮਰਜ਼ੀ ਇਨਵੈਸਟ ਕਰ ਲਓ। ਉਹਦਾ ਸਿਰਫ ਫਾਇਦਾ ਇੱਕੋ ਹੀ ਹੁੰਦਾ ਕਿ ਜਿਹੜਾ ਤੁਸੀਂ ਲੋਨ ਲੈ ਕੇ ਇੰਟਰਸਟ ਲੈ ਕੇ ਬੈਂਕ ਤੋਂ ਵਿਆਜ ਲੈ ਕੇ ਜਾਂ ਕੰਪਨੀ ਦਾ ਵਿਆਜ ਲੈ ਕੇ ਇਨਵੈਸਟ ਕਰਦੇ ਹੋ, ਉਹਦਾ ਜਿਹੜੀ ਤੁਸੀਂ ਇੰਟਰਸਟ ਪੇ ਕਰ ਰਹੇ ਹੋ ਬੈਂਕ ਨੂੰ, ਉਹ ਤੁਸੀਂ ਟੈਕਸ ਡਿਡਕਟੇਬਲ ਕਰ ਸਕਦੇ ਹੋ। ਹਾਂ ਪਹਿਲਾਂ ਇਹ ਤੋਂ 2-3 ਸਾਲ ਪਹਿਲਾਂ ਕਾਫੀ ਟ੍ਰੈਂਡ ਸੀ, ਔਰ ਪਹਿਲਾਂ ਵੀ ਰਿਹਾ ਟ੍ਰੈਂਡ, ਪਰ ਹੁਣ ਥੋੜਾ ਜਿਹਾ ਟ੍ਰੈਂਡ ਘੱਟ ਆ। ਹੁਣ ਅਸੀਂ ਰਿਕਮੈਂਡ ਨਹੀਂ ਕਰਦੇ ਕਿਉਂਕਿ ਦੇਖੋ ਅੱਜ ਦੀ ਰੇਟ ਜਿਹੜਾ ਪ੍ਰਾਈਮ ਰੇਟ ਹੈ ਉਹ ਪ੍ਰਾਈਮ ਬੈਂਕ ਦਾ ਜਿਹੜਾ ਰੇਟ ਹੈ ਉਹ 7% ਤੇ ਪਹੁੰਚਿਆ ਹੋਇਆ, ਔਰ ਪਲੱਸ ਅਗਰ ਤੁਸੀਂ 0.5% ਜਾਂ 1% ਔਰ 8% ਹੈ। ਹੁਣ ਅਗਰ 8% ਦੇ ਉੱਤੇ ਲੋਨ ਲੈ ਕੇ ਆਪਾਂ ਪੈਸਾ ਇਨਵੈਸਟਮੈਂਟ ਕੀਤਾ ਜਾਵੇ ਅੱਜ ਦੀ ਡੇਟ ਦੇ ਵਿੱਚ, ਤੇ ਅਗਰ ਤੁਹਾਨੂੰ ਰਿਟਰਨ 6% ਹੈ ਤੇ ਦੇयर इज नो सेंस, ਇਹ ਕੋਈ ਸੈਂਸ ਨਹੀਂ ਬਣਦੀ। ਤਾਂ ਇਸ ਕਰਕੇ ਹਾਂ ਲੋਨ ਲੈ ਕੇ ਤੁਸੀਂ ਇਨਵੈਸਟ ਕਰ ਸਕਦੇ। ਮੇਕ ਸ਼ੋਰ ਦੈਟ ਕਿ ਤੁਹਾਡੀ ਲੋਨ ਦੀ ਪੇਮੈਂਟ ਔਰ ਤੁਹਾਡਾ ਇੰਟਰਸਟ ਜਿਹੜਾ ਵੀ ਤੁਸੀਂ ਪੇ ਕਰਦੇ ਹੋ, ਕਿਉਂਕਿ ਯੂਜ਼ਲੀ ਚ ਇਕੱਲਾ ਇੰਟਰਸਟ ਹੀ ਪੇ ਕੀਤਾ, ਇਹਦੀ ਪੇਮੈਂਟ ਔਰ ਤੁਹਾਨੂੰ ਜਿੱਥੇ ਤੁਸੀਂ ਪੈਸਾ ਇਨਵੈਸਟ ਕੀਤਾ ਉਹਦੀ ਉਨੀ ਕਰਨੀ ਹੁੰਦੀ ਹੋਵੇ ਕਿ ਜਿਹੜਾ ਤੁਹਾਨੂੰ ਉਸ ਚੀਜ਼ ਨੂੰ ਦੋਨਾਂ ਚੀਜ਼ਾਂ ਨੂੰ ਆਫਸੈਟ ਕਰ ਸਕੇ, ਵੀ ਤੁਹਾਨੂੰ ਜੇਬ ਚੋਂ ਕੋਈ ਚੀਜ਼ ਨਾ ਦੇਣੀ ਪਵੇ। ਪਰ ਅੱਗੇ ਗਰੰਟੀ ਕਿਸੇ ਚੀਜ਼ ਦੀ ਨਹੀਂ ਹੁੰਦੀ, ਕਿਉਂਕਿ ਮਾਰਕੀਟ ਥੱਲੇ ਚਲੇ ਗਈ ਜੀ ਤਾਂ ਹੋ ਸਕਦਾ ਤੁਹਾਨੂੰ ਜ਼ਿਆਦਾ ਪੱਲੇ ਪਾਉਣਾ ਪੈ ਜਾਏ, ਮਾਰਕੀਟ ਉੱਪਰ ਚਲੇ ਗਈ ਤੁਸੀਂ ਗੇਨ ਵੀ ਕਰ ਸਕਦੇ ਹੋ। ਇੱਕ ਡਾਈਵਰਸਿਫਾਈਡ ਪੋਰਟਫੋਲੀਓ ਦੀ ਟਰਮ ਸੁਣੀ ਜਾਂਦੀ ਹੈ, ਇਹ ਕੀ ਟਰਮ ਹੈਗੀ ਹੈ ਤੇ ਸਟਾਕਸ ਵਗੈਰਾ ਕਿੱਦਾਂ ਵਰਕ ਕਰਦੇ ਆ? ਡਾਈਵਰਸਿਫਾਈ ਕੀ ਚੀਜ਼ ਹੁੰਦੀ ਹੈ ਕਿ ਜਿਵੇਂ ਆਪਾਂ ਦੱਸਿਆ ਸੀ ਪਹਿਲਾਂ ਆਪਾਂ ਗੱਲ ਕੀਤੀ ਵੀ ਸਾਰੇ ਇੱਕ ਬਾਸਕਟ ਚ ਨਹੀਂ ਅਸੀਂ ਪਾਉਣੇ, ਤਾਂ ਅਸੀਂ ਉਹ ਪੋਰਟਫੋਲੀਓ ਦੇ ਵਿੱਚ ਹੀ ਡਾਈਵਰਸਿਫਾਈ ਕਰ ਦਈਦਾ। ਉਹਦੇ ਵਿੱਚ ਕੁਝ ਪਰਸੈਂਟੇਜ ਅਗਰ 100% ਹੈਗਾ ਟੋਟਲ, ਮੇਰੇ $100 ਹੈਗੇ ਨੇ, ਅਗਰ ਮੈਂ $100 ਇਨਵੈਸਟ ਕੀਤੇ ਨੇ ਤਾਂ ਉਹਦੇ ਵਿੱਚੋਂ ਮੈਂ ਸੋਚਿਆ ਕਿ ਜਿਹੜੇ $20 ਹੈ ਉਹ ਮੈਂ GIC ਚ ਪਾਉਣੇ ਆ, ਮਤਲਬ ਕਿ ਦੁਨੀਆ ਦੀ ਉਹਦੇ ਚਾਹੇ ਮੈਨੂੰ 1% ਵਿਆਜ ਮਿਲੇ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਮੈਂ ਸੋਚ ਲੈਣਾ ਵੀ ਚਲੋ ਅਗਲੇ $20 ਮੈਂ ਥੋੜੀ ਜਿਹੀ ਮੀਡੀਅਮ ਰਿਸਕ ਤੇ ਪਾਣਾ, ਜਿੱਥੇ ਮੈਨੂੰ ਰਿਟਰਨ ਵੀ ਮਿਲ ਜੇ 5-6% ਮਿਲਣੇ। ਉਸ ਤੋਂ ਬਾਅਦ ਮੈਂ ਜਿਹੜੇ ਅਗਲੇ $20 ਉਹ ਮੈਂ ਸੋਚਦਾ ਚਲੋ ਮੀਡੀਅਮ ਜਿਹਾ ਰਿਸਕ, ਔਰ ਡਿਪੈਂਡ ਕਰਦਾ ਇਹ એનર્ਜੀ ਸਟਾਕ ਵਿੱਚ ਪਾਵਾਂ ਜਾਂ ਹੈਲਥ ਸਟਾਕ ਵਿੱਚ ਪਾਵਾਂ ਜਾਂ ਕਿਸ ਟਾਈਪ ਦੇ ਵਿੱਚ ਜਿਹੜੀ ਮਿਊਚੁਅਲ ਫੰਡ ਹੈਗੇ ਨੇ ਜਾਂ ਸੈਗਰੀਗੇਟਡ ਫੰਡ। ਮਿਊਚੁਅਲ ਫੰਡ ਸੈਗਰੀਗੇਟਡ ਸਿਰਫ 2 ਡਿਫਰੈਂਟ ਵਰਡ ਨੇ। ਜਿਹੜੇ ਸੈਗਰੀਗੇਟਡ ਫੰਡ ਅਸੀਂ ਕਹਿੰਦੇ ਆ ਉਹ ਅਸੀਂ ਇੰਸ਼ੋਰੈਂਸ ਕੰਪਨੀ ਥਰੂ ਸਾਨੂੰ ਅਸੀਂ ਸੈਲ ਕਰ ਸਕਦੇ ਹਾਂ। ਮਿਊਚੁਅਲ ਫੰਡ ਜਿਹੜੇ ਹੈਗੇ ਉਹ ਇੰਡੀਪੈਂਡੈਂਟ ਜਿਹੜਾ ਲਾਇਸੈਂਸ ਹੈ ਜਿਵੇਂ AIG ਹੈ, ਇੱਦਾਂ ਤੁਸੀਂ ਆਪਣਾ ਲੈ ਸਕਦੇ ਹੋ। ਤਾਂ ਉਹਦੇ ਵਿੱਚ ਦੋਨੇ ਕੰਪਨੀਆਂ ਦੇ ਸੇਮ ਹੁੰਦੇ ਆ, ਉਹਨੂੰ ਡਾਈਵਰਸਿਫਾਈ ਕਰ ਦਿੱਤਾ ਵੀ ਉਹ ਕੰਪਨੀ ਦੇ ਵਿੱਚ ਫਿਰ ਅੱਗੇ ਕਿਹੜੇ ਸੈਕਟਰ ਚ ਪਾਈਏ, ਕਿ ਹੋ ਸਕਦਾ ਕਿਸੇ ਸੈਕਟਰ ਕੋਈ ਮੀਨਸ ਫੋਰਨ ਸੈਕਟਰ ਥੋੜਾ ਬਹੁਤਾ ਪਾ ਸਕਦੇ ਹਾਂ, US ਸੈਕਟਰ ਚ ਪਾ ਸਕਦੇ ਹਾਂ, ਮਤਲਬ ਕਿ ਉਸੇ ਪੋਰਟਫੋਲੀਓ ਨੂੰ ਆਪਾਂ ਅਲੱਗ-ਅਲੱਗ ਜਗ੍ਹਾ ਤੇ ਪਾ ਦਿੱਤਾ ਕਿ ਜੇ ਇੱਕ ਸਾਈਡ ਰਿਡਿਊਸ ਵੀ ਹੁੰਦੀ ਹੈ ਤੇ ਇਦੋਂ ਕੁਝ ਇੰਟਰਸਟ ਆ ਕੇ ਤਾਂ ਆਪਾਂ ਨੂੰ ਉੱਥੇ ਇੱਕ ਵੈਲਿਫਾਈ ਦੈਟਸ ਕਾਲਡ ਡਾਈਵਰਸਿਫਾਈ। ਅਸੀਂ ਉਹ ਚੀਜ਼ ਨੂੰ ਉਹ $100 ਨੂੰ 5 ਹਿੱਸਿਆਂ 'ਚ 5 ਜਗ੍ਹਾ ਤੇ ਡਿਵਾਈਡ ਕਰਤਾ, ਥੋੜਾ ਰਿਸਕ ਵਿੱਚ ਵੀ ਥੋੜਾ ਮੀਡੀਅਮ ਵਿੱਚ ਵੀ, ਫਿਰ ਡਿਪੈਂਡ ਕਰਦਾ ਤੁਸੀਂ એનર્ਜੀ 'ਚ ਪਾਉਣਾ ਹੈਲਥ 'ਚ ਪਾਉਣਾ, ਵੀ ਅਸੀਂ ਉਸ ਹਿਸਾਬ ਨਾਲ ਪੋਰਟਫੋਲੀਓ ਬਣਾਈਦਾ ਵੀ ਕਿੰਨਾ ਕੁ ਰਿਸਕ ਟੇਕਰ ਹੈਗੇ ਹੋ ਤੁਸੀਂ, ਕਿੰਨਾ ਤੁਸੀਂ ਰਿਸਕ ਲੈ ਸਕਦੇ ਹੋ, ਉਸ ਹਿਸਾਬ ਨਾਲ ਡਾਈਵਰਸਿਫਾਈ ਕਰ। ਮੀਨਸ ਉਹ $100 ਨੂੰ
ਇਨਸਟੈਡ ਆਫ ਇੱਕ ਥਾਂ ਤੇ ਲਾਉਣ ਦੀ ਬਜਾਏ 10 ਥਾਂ ਤੇ ਲਾ ਦਈਦਾ ਜਾਂ 5 ਥਾਂ ਤੇ 10 ਤੋਂ ਫੋਰ ਜ਼ਿਆਦਾ ਨੇ 5 ਥਾਂ ਤੇ ਲਾ ਦਈਦਾ। ਸਰ ਜਿਹੜੀਆਂ ਇਹ ਇਨਵੈਸਟਮੈਂਟਸ ਹੁੰਦੀਆਂ ਨੇ ਸਾਰੀਆਂ ਰਜਿਸਟਰਡ ਹੁੰਦੀਆਂ ਨੇ ਜਾਂ ਕੋਈ ਨਾਨ ਰਜਿਸਟਰਡ ਵੀ ਹੁੰਦੀਆਂ ਨੇ? ਨਹੀਂ, ਇਨਵੈਸਟਮੈਂਟ ਜਿਹੜੀਆਂ ਹੈਗੀਆਂ ਨੇ ਨਾਨ ਰਜਿਸਟਰਡ ਵੀ ਹੈ, ਰਜਿਸਟਰਡ ਵੀ ਹੈ। ਓਕੇ, ਇਹ ਹੁੰਦੀਆਂ ਕੀ ਨੇ ਫਿਰ? ਇਹ ਰਜਿਸਟਰਡ ਜਿਹੜੀਆਂ ਇਨਵੈਸਟਮੈਂਟਸ ਹੁੰਦੀਆਂ ਨੇ, ਜਿਵੇਂ ਹੁਣ ਆਪਣੇ ਕੈਨੇਡਾ ਵਿੱਚ ਕਹਿ ਲਈਏ ਰਜਿਸਟਰਡ ਇਨਵੈਸਟਮੈਂਟਸ ਜਿਹੜੀਆਂ ਹੋਈਆਂ ਨੇ, ਜਿਵੇਂ RRSP ਹੋ ਗਈ ਤੁਹਾਡੀ, ਰਿਫ ਹੋ ਗਈ, ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਇਹ ਹੈ ਕਿ ਜੇ ਤੇ ਇਹਨਾਂ ਦੇ ਉੱਤੇ ਇਨਕਮ ਜਿਹੜੀ ਅਰਨ ਹੁੰਦੀ ਉਹ ਟੈਕਸੇਬਲ ਨਹੀਂ ਹੁੰਦੀ ਜਦ ਤੱਕ ਆਪਾਂ ਵਿਡਰਾ ਨਹੀਂ ਕਰਦੇ। ਠੀਕ ਹੈ। ਰਿਫ ਦੀ ਹੈਗੀ 71 ਤੇ, ਇਦਾਂ ਹੀ ਟੈਕਸ ਫ੍ਰੀ ਸੇਵਿੰਗ ਅਕਾਊਂਟ ਉਹ ਰਜਿਸਟਰਡ ਅਕਾਊਂਟਸ ਨੇ, ਮਤਲਬ ਕਿ ਉਹਨਾਂ ਦੇ ਉੱਤੋਂ ਸਰਕਾਰ ਜਿਹੜੀ ਤੁਹਾਨੂੰ ਟੈਕਸ ਵਿੱਚ ਛੂਟ ਦਿੰਦੀ ਹੈਗੀ ਹੈ। ਠੀਕ ਹੈ। ਇਦਾਂ ਆਪਣਾ RDSP ਹੋ ਗਈ, ਜਿਹੜੇ ਬੱਚੇ ਡਿਸੇਬਲ ਉਹਨਾਂ ਵਾਸਤੇ ਹੁੰਦੀ ਹੈ RDSP। ਇਹਦਾ 5-4 ਪਲਾਨਸ ਹੈਗੇ ਜਿਹੜੇ ਰਜਿਸਟਰਡ ਸਰਕਾਰ ਦੁਆਰਾ ਕੀਤੇ ਗਏ ਨੇ, ਔਰ ਉਹ ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਦੁਆਰਾ ਰਜਿਸਟਰਡ ਕੀਤੇ ਗਏ ਨੇ ਉਹ ਸਿਕਿਉਰ ਨੇ, ਇਹ ਆਪਣੀ ਮਰਜ਼ੀ ਆਪਾਂ ਕਿੱਥੇ ਗਏ ਇਨਵੈਸਟ ਕਰਦੇ ਹਾਂ। RSP ਕਈ ਵਾਰ ਕਹਿੰਦੇ ਜੀ ਹਾਂਜੀ, ਜਿਵੇਂ ਹੁਣ RESP ਵੀ ਸਾਡੀ ਹੈਗੀ ਹੈ, ਉਹ ਰਜਿਸਟਰਡ ਫੈਡਰਲ ਗਵਰਨਮੈਂਟ ਨੇ ਉਹਨੂੰ ਕੀਤਾ ਹੋਇਆ। ਫੈਡਰਲ ਗਵਰਨਮੈਂਟ ਦੇ ਉੱਤੇ ਅੱਖ ਹੁੰਦੀ ਹੈ ਵੀ ਕਿੱਥੇ ਇਨਵੈਸਟਮੈਂਟ ਕਰਦੇ ਜਾਂ ਕੀ ਰੂਲਸ ਹੈਗੇ ਉਹਨਾਂ ਦੇ ਨੇ, ਪਰ ਅੱਗੇ ਆਪਾਂ ਇਨਵੈਸਟ ਨੂੰ ਕਿਤੇ ਸਿਕਿਉਰ ਵਿੱਚ ਕਰ ਸਕਦੇ ਹਾਂ, ਅਨਸਿਕਿਉਰ ਵਿੱਚ ਕਰ ਸਕਦੇ ਹਾਂ। ਇੱਦਾਂ ਰਜਿਸਟਰਡ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਟੈਕਸ ਵਿੱਚ ਉਹਦਾ ਤੁਹਾਨੂੰ ਫਾਇਦਾ ਹੁੰਦਾ। ਜਿਹੜੇ ਅਨਰਜਿਸਟਰਡ ਹੁੰਦੀਆਂ ਨੇ, ਜਿਹਨੂੰ ਆਪਾਂ ਇਨਵੈਸਟਮੈਂਟ ਕਹਿ ਦਿੰਦੇ ਹਾਂ, ਰਜਿਸਟਰਡ ਹੁੰਦੇ ਕਿ ਜਦੋਂ ਤੁਹਾਡੇ ਕੋਲ ਸਪੇਸ ਮੁੱਕ ਜਾਂਦੀ ਹੈ, ਲਾਈਕ ਅਗਰ ਤੁਹਾਡੇ ਕੋਲ RSP ਦੀ ਸਪੇਸ ਸਿਰਫ 50,000 ਹੀ ਸੀਗੀ, ਤੁਹਾਡੀ 50,000 ਤੁਹਾਡਾ RSP ਪਿਆ, ਪਰ ਤੁਸੀਂ ਹੋਰ ਪੈਸੇ ਇਨਵੈਸਟ ਕਰਨੇ ਚਾਹੁੰਦੇ ਹੋ ਨਾਨ ਰਜਿਸਟਰਡ, ਤਾਂ ਆਪਾਂ ਬਾਹਰ ਵੀ ਆਊਟਸਾਈਡ ਆਫ ਰਜਿਸਟਰਡ ਉਹ ਤੁਹਾਨੂੰ ਟੈਕਸ ਹੀ ਕੋਈ ਗੇਨ ਨਹੀਂ ਹੁੰਦਾ, ਪਰ ਉਹ 'ਚ ਕੈਪੀਟਲ ਗੇਨ, ਕੈਪੀਟਲ ਲਾਸ ਉਹ ਤੁਸੀਂ ਇਨਵੈਸਟ ਕਰ ਸਕਦੇ ਹੋ ਉਹਦੇ ਵਿੱਚ। ਸਰ ਇਹ GIC ਵਗੈਰਾ, ਬੌਂਡਸ, ਮਿਊਚੁਅਲ ਫੰਡਸ, ਇਹ ਕਿਸ ਤਰੀਕੇ ਨਾਲ ਵਰਕ ਕਰਦੇ ਆ ਜਾਂ ਇਹ ਕੀ ਹੁੰਦੇ ਆ? ਇਹ ਵੀ ਸੇਮ ਜਿਹੜੇ ਤੁਹਾਡੇ GIC ਆ, ਹਾਂਜੀ, ਉਹ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਹੈ, ਜਿਵੇਂ ਪਹਿਲਾਂ ਵੀ ਦੱਸ ਕੇ ਹਟਿਆ। ਇੰਡੀਆ ਦੇ ਵਿੱਚ ਜਿਵੇਂ ਆਪਾਂ ਫਿਕਸਡ ਡਿਪੋਜ਼ਿਟ ਕਹਿ ਦਿੰਦੇ ਆ, ਉਹ ਬੈਂਕ ਇਸ਼ੂ ਕਰਦਾ ਹੈ। ਮੈਂ ਅਗਰ ਬੈਂਕ ਨੂੰ ਪੈਸੇ ਦੇ ਦਿੱਤੇ ਵੀ ਆ ਮੇਰਾ $1 ਲੱਖ ਲੈ ਲਓ, ਮੈਨੂੰ 90 ਦਿਨ ਵਾਸਤੇ ਨਹੀਂ ਚਾਹੀਦਾ ਜਾਂ 1 ਸਾਲ ਲਈ ਨਹੀਂ ਚਾਹੀਦਾ, ਬੈਂਕ ਉਹ ਮੇਰਾ ਪੈਸਾ ਯੂਜ਼ ਕਰੇਗਾ। ਠੀਕ ਹੈ, ਮੇਰਾ ਪੈਸਾ ਯੂਜ਼ ਕਰੇਗਾ, ਪਰ ਮੈਨੂੰ 90 ਦਿਨ ਵਾਸਤੇ ਉਹ ਮੈਨੂੰ ਲਿਖ ਕੇ ਦੇ ਦੇਗਾ ਵੀ ਤੁਹਾਨੂੰ ਮੈਂ 90 ਦਿਨ ਤੋਂ ਬਾਅਦ ਜਾਂ ਸਾਲ ਦਾ ਤੁਹਾਨੂੰ ਮੈਂ 4% ਜਾਂ 5% ਇੰਟਰਸਟ ਦੇਵਾਂਗਾ। ਬੈਂਕ ਉਸ ਪੈਸੇ ਨੂੰ ਯੂਜ਼ ਕਰਕੇ ਅੱਗੇ 10 ਬਣਾਉਂਦਾ, 15 ਬਣਾਉਂਦਾ, ਉਹ ਮੇਰਾ ਕੰਸਰਨ ਨਹੀਂ ਹੈ। ਦੈਟਸ ਕਾਲਡ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ, ਜਿੱਥੇ ਗਰੰਟਡ ਵਰਡ ਲੱਗ ਗਿਆ। ਬੌਂਡਸ ਜਿਵੇਂ ਆਪਾਂ ਦੱਸਿਆ ਸੀ, ਫੈਡਰਲ ਬੌਂਡਸ ਜਾਂ ਜਿਹੜੇ ਪ੍ਰੋਵਿੰਸ਼ੀਅਲ ਬੌਂਡਸ ਹੈ, ਇਹਨਾਂ ਥਰੂ ਇਨਵੈਸਟਮੈਂਟ ਕੀਤੀ ਜਾਂਦੀ ਹੈ। ਉਹ ਸਰਕਾਰ, ਫੈਡਰਲ ਦੇ ਬੌਂਡ ਵੀ ਹੁੰਦੇ ਆ, ਪ੍ਰੋਵਿੰਸ਼ੀਅਲ ਦੇ ਵੀ ਹੈਗਾ, ਹਾਈਡਰੋ ਬੌਂਡਸ ਵੀ ਹੈਗੇ ਨੇ, ਡਿਫਰੈਂਟ ਜਿਹੜੇ ਫਾਈਨੈਂਸ਼ੀਅਲ ਇੰਸਟੀਚਿਊਟਸ ਹੈਗੇ ਆ, ਔਰ ਕਾਰਪੋਰੇਟ ਬੌਂਡ ਵੀ ਉਹਨਾਂ ਕੋਲ ਅੱਛੀ ਜਾਂਦੇ ਆ। ਤੇ ਸਰ ਜਿਹੜੀ ਫੋਰਨ ਇਨਵੈਸਟਮੈਂਟਸ ਹੁੰਦੀਆਂ ਇਹ ਕਿਦਾਂ ਵਰਕ ਕਰਦੀਆਂ ਨੇ? ਫੋਰਨ ਇਨਵੈਸਟਮੈਂਟਸ ਕੀ ਹੈ ਕਿ ਜਿਵੇਂ ਹੁਣ ਅਸੀਂ 2-3-4 ਤਰੀਕੇ ਦੀ ਹੋ ਜਾਂਦੀ ਹੈ। ਹੁਣ ਅਗਰ ਅਸੀਂ ਰੀਅਲ estate ਇਨਵੈਸਟਮੈਂਟ ਕਰੀਏ, ਹੁਣ ਕਈ ਆਪਣੇ ਸਰੋਤੇ ਹੋਣੇ ਜਿਨ੍ਹਾਂ ਕੋਲ ਪ੍ਰਾਪਰਟੀ ਜੇ US ਵਿੱਚ ਵੀ ਹੈਗੇ ਨੇ, ਉਹਨਾਂ ਨੇ ਫਲੋਰੀਡਾ ਕੰਡੋਮੀਨੀਅਮਸ ਲਏ ਨੇ, ਆਪ ਵੀ ਰਹਿੰਦੇ, ਉਹਨੂੰ ਰੈਂਟ ਤੇ ਵੀ ਦਿੱਤਾ ਹੋਇਆ। ਦੈਟਸ ਕਾਲਡ ਫੋਰਨ ਇਨਵੈਸਟਮੈਂਟ। ਰੀਅਲ estate ਫੋਰਨ ਇਨਵੈਸਟਮੈਂਟ ਇੰਡੀਆ 'ਚ ਇਨਵੈਸਟਮੈਂਟਸ ਹੈਗੀ ਆ, ਇੰਗਲੈਂਡ ਵਿੱਚ ਕਿਤੇ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਫੋਰਨ ਇਨਵੈਸਟਮੈਂਟ। ਦੂਸਰੀ ਹੁੰਦੀ ਹੈ ਕਿ ਫੋਰਨ ਇਨਵੈਸਟਮੈਂਟ ਹੈਗੀ ਆ ਤੁਸੀਂ ਸਟਾਕ ਮਾਰਕੀਟ ਦੇ ਥਰੂ ਜਾਂ ਮਿਊਚੁਅਲ ਫੰਡ ਦੇ ਥਰੂ ਕਰ ਸਕਦੇ ਹੋ। ਵੀ ਤੁਸੀਂ ਫੋਰਨ ਕੰਪਨੀਆਂ ਦੇ ਵਿੱਚ, ਲਾਈਕ ਅਗਰ ਮੈਂ ਇੰਡੀਆ ਦੀ ਕੋਈ ਕੰਪਨੀ ਜਿਵੇਂ ਆਟਾ ਕੰਪਨੀ ਹੈ, ਕਿਸੇ ਹੋਰ ਕੰਪਨੀ 'ਚ ਮੈਂ ਇਨਵੈਸਟ ਕਰਨਾ ਚਾਹਾਂ ਤੇ ਮੈਂ ਉਹ ਸਟਾਕ ਦੇ ਥਰੂ ਉਹਨਾਂ ਕੰਪਨੀ 'ਚ ਇਨਵੈਸਟ ਕਰ ਸਕਦਾ। ਦੈਟਸ ਕਾਲਡ ਫੋਰਨ ਇਨਵੈਸਟਮੈਂਟ, ਮੀਨਸ ਫੋਰਨ ਕੰਟਰੀ ਦੇ ਵਿੱਚ ਆਪਾਂ ਨੇ ਪੈਸਾ ਇਨਵੈਸਟ ਕੀਤਾ, ਉਹਦੇ ਥਰੂ ਇਨਵੈਸਟਮੈਂਟ ਕੀਤੀ ਹੈ। ਦੈਟਸ ਬੇਸਿਕਲੀ ਕਾਲਡ ਫੋਰਨ ਇਨਵੈਸਟਮੈਂਟ। ਫੋਰਨ ਇਨਵੈਸਟਮੈਂਟ। ਤੇ ਵੈਸੇ ਜੇ ਅਸੀਂ ਲੌਂਗ ਟਰਮ ਲਈ ਸੋਚੀਏ ਜਾਂ ਸ਼ਾਰਟ ਟਰਮ ਲਈ ਸੋਚੀਏ, ਕਿਹੜੀ ਇਨਵੈਸਟਮੈਂਟ ਜ਼ਿਆਦਾ ਬੈਨੀਫੀਸ਼ੀਅਲ ਰਹਿੰਦੀ ਹੈ? ਤਾਂ ਕੀ ਇਹ ਉਮਰ ਦੇ ਪੜਾਅ ਦੇ ਅਕੋਰਡਿੰਗ ਕਰਨੀ ਚਾਹੀਦੀ ਹੈ, ਕਿੱਦਾਂ ਕਰਨੀ ਚਾਹੀਦੀ ਹੈ? ਉਮਰ ਦੇ ਪੜਾਅ ਅਕੋਰਡਿੰਗ ਅਸੀਂ ਕਰਨੇ ਹੁੰਦੇ ਹਾਂ ਕਿ ਜਦੋਂ ਜਿਵੇਂ ਆਪਾਂ ਸ਼ੁਰੂ 'ਚ ਦੱਸਿਆ ਸੀਗਾ ਕਿ ਜਦੋਂ ਤੁਸੀਂ ਸੋਚਦੇ ਹੋ ਕਿ ਤੁਹਾਡੀ ਆ 2 ਚੀਜ਼ਾਂ ਮੇਨ ਹੁੰਦੀਆਂ ਨੇ, ਮੇਨ ਤੁਹਾਡਾ ਲੋਨ ਜਾਂ ਡੈਟ, ਹਾਈ ਡੈਟ ਨਿਕਲ ਜਾਏ, ਔਰ ਉਸ ਤੋਂ ਬਾਅਦ ਤੁਹਾਡੇ ਕੋਲ ਸੇਵਿੰਗ ਹੈਗੀ ਹੈ 6 ਮਹੀਨੇ ਦੀ ਘੱਟੋ ਘੱਟ, ਇੰਨੇ ਕੁ ਪੈਸੇ ਹੈਗੇ ਆ ਕਿ ਜੇ ਤੁਹਾਡੇ ਕੋਲ ਉਹ ਇਨਵੈਸਟਮੈਂਟ ਥੱਲੇ ਉੱਪਰ ਵੀ ਹੋ ਜਾਏ ਤਾਂ ਉਹ ਸੇਵਿੰਗ ਨਾਲ ਤੁਹਾਡਾ ਕੰਮ ਚੱਲੇ। ਉਸ ਤੋਂ ਬਾਅਦ ਤੁਸੀਂ ਆਪਣਾ ਦੇਖੋ ਕਿ ਤੁਸੀਂ 10% 20% ਜਦੋਂ ਇਨਵੈਸਟ ਕਰ ਸਕਦੇ ਹੋ ਤਾਂ ਬੈਟਰ ਹੈ, ਕਿਉਂਕਿ ਜਿੰਨੀ ਲੌਂਗ ਟਰਮ ਹੋਏਗੀ ਉਨਾ ਜ਼ਿਆਦਾ ਤੁਹਾਨੂੰ ਉਹਦੀ ਰਿਟਰਨ ਹੋਏਗੀ। ਸ਼ਾਰਟ ਟਰਮ ਨੈਚੁਰਲੀ ਘੱਟ ਮਿਲਦਾ ਹੈਗਾ, ਪਰ ਲੌਂਗ ਟਰਮ 'ਚ ਰਿਟਰਨ ਹੋਏਗੀ, ਮਿਲਦੀ ਜ਼ਰੂਰ ਹੈ, ਪਰ ਸਮ ਟਾਈਮ ਮਾਰਕੀਟ ਉੱਪਰ ਥੱਲੇ ਹੁੰਦੀ ਹੈ, ਇਹਦੀ ਕੋਈ ਗਰੰਟੀ ਨਹੀਂ ਹੁੰਦੀ, ਪਰ 10 11 6 7 8% ਆ ਜਾਂਦੀ ਹੈ ਰਿਟਰਨ, ਔਰ ਇਹ ਮੀਨਸ ਆਉਂਦੀ ਹੈਗੀ ਹੈ। ਜਿਵੇਂ ਤੁਸੀਂ ਬੌਂਡਸ ਜਾਂ ਸ਼ੇਅਰਸ ਦੀ ਗੱਲ ਕੀਤੀ ਹੈ ਜਾਂ ਕੁਝ ਵੀ ਇਦਾਂ ਆ, ਜੇ ਕੋਈ ਆਪਣੀ ਇਨਵੈਸਟਮੈਂਟ ਨੂੰ ਅੱਗੇ ਵੇਚਣਾ ਚਾਹੁੰਦਾ ਆ ਤਾਂ ਉਹ ਕਿੱਦਾਂ ਹੋ ਸਕਦਾ ਹੈ? ਕੀ ਇਹ ਐਨੀ ਟਾਈਮ ਹੋ ਸਕਦਾ ਜਾਂ ਇਹ ਵੀ ਕੋਈ ਟਾਈਮ ਪੀਰੀਅਡ ਹੁੰਦਾ? ਨਹੀਂ, ਇਸ ਤਰ੍ਹਾਂ ਹੁੰਦਾ ਕਿ ਜਿਹੜੇ ਤਾਂ ਮਿਊਚੁਅਲ ਫੰਡ ਹੈ ਜਾਂ ਸੈਗਰੀਗੇਟਡ ਫੰਡਸ ਹੈਗੇ ਨੇ, ਸਟਾਕ ਹੈ, ਇਹਨੂੰ ਆਪਾਂ ਜਦੋਂ ਮਰਜ਼ੀ ਸੈਲ ਕਰ ਸਕਦੇ ਹਾਂ। ਠੀਕ ਹੈ, ਪਰ ਉਹ ਤੁਸੀਂ ਦੇਖਣਾ ਵੀ ਸੈਲਿੰਗ ਪੁਆਇੰਟ ਤੁਹਾਡਾ ਬਾਇੰਗ ਕੀ ਸੀ, ਸੈਲਿੰਗ ਕਾਸਟ ਕੀ ਹੈ, ਤੁਸੀਂ ਨੁਕਸਾਨ ਨਹੀਂ ਕੀਤਾ, ਲਾਸ ਨਹੀਂ ਕੀਤਾ। ਜਿਹੜੇ GICs ਹੈਗੇ ਨੇ, ਬੌਂਡਸ ਹੈਗੇ, ਇਹਨਾਂ ਦਾ ਸਪੈਸੀਫਿਕ ਟਾਈਮ ਹੁੰਦਾ,
ਸਪੈਸੀਫਿਕ ਟਾਈਮ ਮਤਲਬ ਕਿ ਜੇਕਰ ਅੱਜ ਮੈਂ ਇਸ ਡੇਟ ਨੂੰ ਬੈਂਕ ਤੋਂ GIC ਲਈ ਹੈ ਤਾਂ ਬੈਂਕ ਨੇ ਮੈਨੂੰ ਲਿਖ ਕੇ ਦੇ ਦਿੱਤਾ ਵੀ ਅੱਜ ਤੋਂ 1.5 ਸਾਲ ਬਾਅਦ ਆਹ ਡੇਟ ਮੇਰੀ ਮੈਚਿਓਰਿਟੀ ਡੇਟ ਹੈ, ਉਸ ਤੋਂ ਪਹਿਲਾਂ ਮੈਂ ਸੈਲ ਨਹੀਂ ਕਰ ਸਕਦਾ। ਹਾਂ ਸਮ ਕੰਡੀਸ਼ਨਸ ਹੁੰਦੀਆਂ ਨੇ, ਤੁਸੀਂ ਉਸ ਤੋਂ ਪਹਿਲਾਂ ਨੂੰ ਤੁੜਾ ਸਕਦੇ ਹੋ, ਵਾਪਸ ਕਰ ਸਕਦੇ ਹੋ, ਪਰ ਇਹ ਕਿ ਤੁਹਾਨੂੰ ਉਹ ਕੋਈ ਉੱਤੇ ਇੰਟਰਸਟ ਨਹੀਂ ਦਿੰਦੇ, ਇੰਟਰਸਟ ਅਰਨ ਨਹੀਂ ਦਿੰਦੇ, ਉਹ ਮੈਚਿਓਰਿਟੀ ਤੇ ਹੀ ਇੰਟਰਸਟ ਮਿਲੇਗਾ। ਬੌਂਡਸ ਦੀ ਵੀ ਡੇਟਸ ਹੁੰਦੀਆਂ ਨੇ, ਇਹ ਨਹੀਂ ਕਿ ਬੌਂਡਸ ਤੁਸੀਂ ਅੱਜ ਲੈ ਲਿਆ ਤੇ ਕੱਲ ਨੂੰ ਕੋਈ ਸਾਨੂੰ ਬੌਂਡ ਮਿਲ ਵੰਨੋ, ਤੁਸੀਂ ਨਹੀਂ ਕਰ ਸਕਦੇ। ਉਹਦੀਆਂ ਸਪੈਸੀਫਿਕਲੀ ਟਰਮ ਹੁੰਦੀਆਂ ਨੇ 2 ਸਾਲ 3 ਸਾਲ 5 ਸਾਲ, ਮਤਲਬ ਕਿ ਜਿਹੜਾ ਤੁਸੀਂ ਬੌਂਡ ਲਿਆ ਉਹ ਸਰਕਾਰ ਨੇ ਤੁਹਾਨੂੰ ਉਨੇ ਅਮਾਊਂਟ ਦਾ ਇੰਟਰਸਟ ਜਿਹੜਾ ਹੈਗਾ ਦੇ ਦੇਣਾ, ਪਰ ਤੁਹਾਨੂੰ ਮੈਚਿਓਰ ਬੌਂਡ ਉਹਦੇ ਹੋਗਾ ਪੇਮੈਂਟ ਉਹਦੇ ਮਿਲੇਗੀ। ਪਰ ਮਿਊਚੁਅਲ ਫੰਡ ਜਿਹੜੇ ਹੈਗੇ ਆ, ਸਟਾਕਸ ਹੈ ਜਾਂ ਨਾਨ ਰਜਿਸਟਰਡ ਸਾਡੇ ਫੰਡਸ ਹੈਗੇ ਨੇ, ਇਹਨੂੰ ਤੁਸੀਂ ਜਦੋਂ ਮਰਜ਼ੀ ਸੈਲ ਕਰ ਸਕਦੇ ਹੋ। ਅਗਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਉਹਦੀ ਅਮਾਊਂਟ ਦੀ ਲੋੜ ਹੈਗੀ ਹੈ, ਤੁਸੀਂ ਇਹਨੂੰ ਸੈਲ ਕਰ ਸਕਦੇ ਹੋ, ਪਰ ਮੇਕ ਸ਼ੋਰ ਜਦੋਂ ਤੁਸੀਂ ਸੈਲ ਕਰਨਾ ਇਹ ਤੁਸੀਂ ਦੇਖਣਾ ਹੈ ਤੁਸੀਂ ਕਿੰਨੇ ਕੁ ਦਾ ਲਿਆ ਸੀ, ਕਿਹੜੀ ਕਾਸਟ 'ਤੇ ਲਿਆ ਸੀਗਾ, ਤੁਹਾਨੂੰ ਸੈਲ ਕਰਨ ਤੋਂ ਬਾਅਦ ਕੈਪੀਟਲ ਗੇਨ ਹੋ ਰਿਹਾ ਜਾਂ ਕੈਪੀਟਲ ਲਾਸ ਹੋ ਰਿਹਾ, ਇਹ ਚੀਜ਼ਾਂ ਤੁਸੀਂ ਮੈਟਰ ਕਰਨੀਆਂ ਨੇ। ਉਹ ਕਦੋਂ ਕੀਤਾ ਜਾ ਸਕਦਾ, ਉਹ ਹੋ ਜਾਂਦੇ ਨੇ। ਆਮ ਤੌਰ ਤੇ ਇਨਵੈਸਟਮੈਂਟਸ ਮੇਜਰ ਰੈੱਡ ਫਲੈਗਸ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਹੋ ਸਕਦੇ ਆ? ਰੈੱਡ ਫਲੈਗ ਇਸ ਤਰ੍ਹਾਂ ਕਿ ਜਦੋਂ ਅਸੀਂ ਪੈਸੇ ਇਨਵੈਸਟ ਕਰਦੇ ਹਾਂ ਮੇਨ ਤੌਰ ਤੇ ਮਾਰਕੀਟ ਦਾ, ਜਾਂ ਕਈ ਵਾਰੀ ਦੇਖਦੇ ਹੁੰਦੇ ਆ ਵੀ ਤੁਸੀਂ ਇੱਕ ਲਓ 2 ਚੀਜ਼ਾਂ ਫ੍ਰੀ ਹੈ ਨਾ, ਠੀਕ ਹੈ, ਜਾਂ ਉਹ ਕੰਪਨੀ ਦਾ ਦਿਖਾਈ ਦੇ ਰਿਹਾ ਵੀ ਕੰਪਨੀ ਦੀ ਵੈਲਿਊਏਸ਼ਨ ਹਾਲੇ ਥੱਲੇ ਹੋਈ ਵੀ ਹੈ, ਉੱਪਰ ਲੈ ਕੇ ਆਉਣ ਦੀ ਟਰਾਈ ਕਰ ਰਿਹਾ, ਹੋ ਸਕਦਾ ਅੱਜ, ਹੋ ਸਕਦਾ ਨਾ ਵੀ ਆਵੇ। ਓਕੇ, ਠੀਕ ਹੈ। ਸੈਕਿੰਡ ਹੈ ਕਿ ਜੇ ਅਗਰ ਆਪਾਂ ਨੂੰ ਉਹਨਾਂ ਦੀ ਫਾਈਨੈਂਸ਼ੀਅਲ ਸਟੇਟਮੈਂਟ ਰੀਡ ਕਰਨ ਦਾ ਥੋੜਾ ਬਤਾਉਂਦਾ ਹੋਵੇ ਕਿੱਥੇ ਕਿੱਥੇ ਉਹਨਾਂ ਨੇ ਪੈਸੇ ਇਨਵੈਸਟ ਕੀਤੇ ਹੈਗੇ ਨੇ। ਨੈਚੁਰਲੀ ਕੋਈ ਵੀ ਕੰਪਨੀ ਹੈ ਜਿਹਨੇ ਤੁਹਾਨੂੰ ਪੈਸੇ ਰਿਟਰਨ ਦੇਣੇ ਆ, ਕਿਉਂਕਿ ਉਹਨਾਂ ਦੀ ਇੱਕ ਕਾਸਟ ਵੀ ਇਨਵੋਲਵ ਹੁੰਦੀ ਹੈ, ਹਰ ਚੀਜ਼ ਕਾਸਟ ਇਨਵੋਲਵ ਹੁੰਦੀ ਹੈ, ਤੇ ਉਹ ਕੰਪਨੀ ਨੇ ਅੱਗੇ ਇਨਵੈਸਟ ਕਰਨੇ ਆ, ਇਨਵੈਸਟ ਕਰਕੇ ਉਹਨੇ ਆਪਣਾ ਵਿੱਚੋਂ ਹਿੱਸਾ ਰੱਖਣਾ 2-3%, ਬਾਕੀ ਤੁਹਾਨੂੰ ਵੀ ਦੇਣਾ। ਹੁਣ ਉਹ ਅੱਗੇ ਕਿੱਥੇ ਇਨਵੈਸਟ, ਉਹਦੇ ਜਿਹੜੇ ਪੋਰਟਫੋਲੀਓ ਮੈਨੇਜਰ ਹੈ, ਉਹਦੇ ਜਿਹੜਾ ਪੋਰਟਫੋਲੀਓ ਉਹ ਕਿੱਥੇ ਕਿੱਥੇ ਇਨਵੈਸਟਮੈਂਟ ਕਰਦੇ, ਉਹਨਾਂ ਨੂੰ ਕਿੰਨਾ ਕੁ ਐਕਸਪੀਰੀਅੰਸ ਹੈਗਾ, ਔਰ ਕਿੰਨਾ ਕੁ ਕੰਪਨੀ ਸਿਰ ਤੇ ਲੋਨ ਹੈ। ਇਹ ਨਾ ਹੋਵੇ ਕਿ ਕੰਪਨੀ ਕੋਲ ਰੈਵਨਿਊ ਆ ਰਿਹਾ ਪਰ ਉਹਦੀ ਲੋਨ ਦੀ ਕਿਸ ਜ਼ਿਆਦਾ ਉਹ ਓਵਰਪੇ ਕਰ ਰਿਹਾ ਹੈ। ਸੈਕੰਡ ਥਿੰਗ ਹੈ ਕਿ ਕੰਪਨੀ ਮਤਲਬ ਕਿ 1 ਸਾਲ ਪੁਰਾਣੀ ਹੈ, 2 ਸਾਲ ਪੁਰਾਣੀ ਹੈ, ਹੋ ਸਕਦਾ ਸ਼ੁਰੂ ਚ ਤੁਹਾਨੂੰ ਕਹੇ ਜੀ ਬਹੁਤ ਅੱਛਾ, ਮੇ ਵੀ 2 ਸਾਲ ਬਾਅਦ ਕੰਪਨੀ ਬੈਕ ਡਾਊਨ ਹੋ ਜਾਏ, ਕੰਪਨੀ ਨਾ ਮਿਲੇ ਜਾਂ ਕੰਪਨੀ ਬੈਂਕਰਪਸੀ ਕਰ ਦੇ। ਕਿਉਂਕਿ ਤੁਸੀਂ ਜਦੋਂ ਵੀ ਆਪਾਂ ਕੋਈ ਵੀ ਸ਼ੇਅਰ ਲੈਂਦੇ ਆ, ਕਾਮਨ ਸ਼ੇਅਰ ਜਾਂ ਪ੍ਰੈਫਰਡ ਸ਼ੇਅਰ, ਕਿਸੇ ਕੋ ਬੇਸਿਕਲੀ ਪ੍ਰੈਫਰਡ ਸ਼ੇਅਰ ਤਾਂ ਘੱਟ ਹੀ ਮਿਲਦੇ ਨੇ, ਕਿਉਂਕਿ ਪ੍ਰੈਫਰਡ ਸ਼ੇਅਰ ਜਿਹੜੇ ਸ਼ੇਅਰ ਹੋਲਡਰਸ ਹੁੰਦੇ ਆ ਬੇਸਿਕਲੀ ਉਹਨਾਂ ਦੇ ਹੁੰਦੇ ਨੇ, ਜਿਹੜੇ ਕਾਮਨ ਸ਼ੇਅਰ ਹੁੰਦੇ ਆ ਕਾਮਨ ਆਪਣੇ ਬੰਦੇ ਵਾਸਤੇ ਹੁੰਦੇ ਆ। ਔਰ ਕਾਮਨ ਸ਼ੇਅਰ ਦੇ ਵਿੱਚ ਹੁਣ ਕੋਈ ਪਤਾ ਨਹੀਂ ਹੁੰਦਾ, ਅਗਰ ਮਾਰਕੀਟ ਥੱਲੇ ਗਈ ਤੇ ਤੁਹਾਡੇ 'ਚ ਕੋਈ ਰਿਸਕ ਨਹੀਂ, 100% ਰਿਸਕ ਹੁੰਦਾ, ਪਰ ਇਹ ਅਗਰ ਕੰਪਨੀ ਨੇ ਡੋਰ ਬੰਦ ਕਰਤੇ, ਜਿਵੇਂ ਪੈਂਡੈਮਿਕ ਕਈ ਕੰਪਨੀ ਨੇ ਡੋਰ ਬੰਦ ਕਰਤੇ, ਤਾਂ ਤੁਹਾਡੀ ਇਨਵੈਸਟਮੈਂਟ ਚਲੀ ਜਾਂਦੀ ਹੈ, ਤੁਹਾਡੀ ਇਨਵੈਸਟਮੈਂਟ ਦੀ ਕੋਈ ਗਰੰਟੀ ਨਹੀਂ ਹੁੰਦੀ ਜੀ। ਤਾਂ ਮੀਨਸ ਡਿਪੈਂਡ ਕਰਦਾ ਕਿ ਇਸ ਟਾਈਪ ਦੇ ਵਿੱਚ ਤੁਸੀਂ ਕਿੰਨਾ ਕੁ ਰਿਸਕ ਲੈਂਦੇ ਹੋ, ਕਿੱਥੇ ਕਰ ਸਕਦੇ ਹੋ, ਔਰ ਜੇ ਸੇਫ ਐਂਡ ਸਿਕਿਉਰ ਚੱਲਣਾ ਹੈ ਤਾਂ ਬੋਥ ਵੇ। ਪਰ ਸਾਰੀ ਗੱਲ ਦਾ ਇੱਕ ਨਿਚੋੜ ਜ਼ਰੂਰ ਹੈ, ਪਰ ਤੁਸੀਂ ਸੇਫਟੀ ਵੀ ਦੇਖਣੀ ਹੈ ਔਰ ਇਨਵੈਸਟਮੈਂਟ ਵੀ ਦੇਖਣੀ ਹੈ, ਔਰ ਇਹਨੂੰ ਟਾਈਮ ਲੱਗਦਾ, ਹਰ ਚੀਜ਼ ਟਾਈਮ ਨਾਲ ਹੁੰਦੀ ਹੈ ਔਰ ਹੋ ਵੀ ਜਾਂਦੀ ਹੈ। ਇਨਵੈਸਟਮੈਂਟ ਇੱਕ ਇਹੋ ਜਿਹਾ ਵਿਸ਼ਾ ਹੈ ਜਿਹਨੂੰ ਜਿੰਨਾ ਤੁਸੀਂ ਸਮਝੋਗੇ ਉਹਨਾਂ ਤੁਹਾਡੇ ਗਿਆਨ 'ਚ ਵੀ ਵਾਧਾ ਹੋਏਗਾ, ਪਰ ਜੇਕਰ ਤੁਸੀਂ ਨਵੇਂ ਹੋ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਕਿਸੇ ਦੀ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਹੈਲਪ ਜ਼ਰੂਰ ਲਵੋ। ਜੇਕਰ ਕੋਈ ਤੁਹਾਡੇ ਤੋਂ ਹੈਲਪ ਲੈਣਾ ਚਾਹੁੰਦਾ ਹੈ, ਕੀ ਤੁਸੀਂ ਕਿਸੇ ਨੂੰ ਇਨਵੈਸਟਮੈਂਟ ਦੇ ਵਿੱਚ ਹੈਲਪ ਕਰਦੇ ਹੋ ਜਾਂ ਕਿਹੜੀਆਂ ਸਰਵਿਸਿਜ਼ ਦਿੰਦੇ ਹੋ? ਹਾਂਜੀ, ਅਸੀਂ ਸਾਰੀਆਂ ਸਾਡੇ ਆਫਿਸ ਵਿੱਚ ਹੁੰਦੀਆਂ ਨੇ, ਸਾਰੀ ਸਰਵਿਸਿਜ਼ ਦੇਖਦੀਆਂ ਨੇ, ਇੰਸ਼ੋਰੈਂਸ ਦੀਆਂ, ਇਨਵੈਸਟਮੈਂਟ ਦੀਆਂ, ਮਾਰਗੇਜ ਦੀਆਂ, ਅਨਰਜਿਸਟਰਡ ਇਨਵੈਸਟਮੈਂਟ, ਰਜਿਸਟਰਡ ਇਨਵੈਸਟਮੈਂਟ, ਕਿਸੇ ਤਰੀਕੇ ਦੀ ਰਿਫ ਟੈਕਸ ਫ੍ਰੀ ਸੇਵਿੰਗ, ਔਰ ਸਾਰੀਆਂ ਅਸੀਂ ਦਿੰਦੇ ਹਾਂ, ਸਰਵਿਸ ਦਿੰਦੇ ਹਾਂ। ਇੱਕ ਮੈਂ ਥੋੜੀ ਸਰੋਤਿਆਂ ਨੂੰ ਆਪਾਂ ਜਾਣਕਾਰੀ ਦੇ ਦਈਏ, ਹਰ ਇਨਵੈਸਟਮੈਂਟ ਦੀ ਕਾਸਟ ਹੁੰਦੀ ਹੈ। ਓਕੇ, ਅਗਰ ਆਪਾਂ ਸੋਚਦੇ ਆ ਨਾ ਜੀ ਇਹਦੀ ਕਾਸਟ ਨਹੀਂ ਹੈ, ਨਹੀਂ, ਚਾਹੇ ਮੈਂ ਅਗਰ ਮੈਂ ਵੇਚਾਂਗਾ ਇਨਵੈਸਟਮੈਂਟ, ਮੈਨੂੰ ਨੇ ਕੰਪਨੀ ਨੇ ਕਮਿਸ਼ਨ ਦੇਣਾ। ਕੋਈ ਵੀ ਐਡਵਾਈਜ਼ਰ ਹੈ ਐਨੀਵੇਅਰ ਇਨ ਦਾ ਵਰਲਡ, ਕਿਸੇ ਵੀ ਕੰਪਨੀ ਦੀ ਮਾਰਕੀਟ ਹੈ, ਸ਼ੇਅਰ ਹੈ, ਉਹਦੀ ਕਾਸਟ ਹੈ, ਉਹਦੀ ਕਾਸਟ ਇਨਵੋਲਵ ਹੁੰਦੀ ਹੈ। ਉਹਨੂੰ MER ਕਹਿ ਦਿੰਦੇ ਆ, ਕਸਟੋਡੀਅਲ ਕਾਸਟ ਕਹਿੰਦੇ ਹੈਗੇ ਆ, ਪਲੱਸ ਜਿਹੜੀ ਟ੍ਰੇਡਿੰਗ ਕਾਸਟ ਕਹਿੰਦੇ ਨੇ, ਪੋਰਟਫੋਲੀਓ ਕਾਸਟ, ਇਹ 4-5 ਚੀਜ਼ਾਂ ਕਾਸਟ ਪੈਂਦੀਆਂ। ਕਈ ਵਾਰੀ ਆਪਣੇ ਸੋਚਦੇ ਨਹੀਂ ਸਾਨੂੰ ਕਾਸਟ ਨਹੀਂ ਪੈਂਦੀ, ਨਹੀਂ, ਹਰ ਇੱਕ ਬੰਦੇ ਨੂੰ ਕਾਸਟ ਪੈਂਦੀ ਹੈ। ਇਹ ਹੁੰਦਾ ਕਿ ਸਾਲ ਦੇ ਐਂਡ ਵਿੱਚ ਜਿਹੜਾ ਉਹਨੂੰ ਅਸੀਂ MER, ਜਿਹੜਾ ਥੋੜਾ ਮੋਟਾ ਜਿਹਾ ਵਰਡ ਹੈਗਾ ਪਰ ਆਪਣੇ ਨੂੰ ਜ਼ਿਆਦਾ ਪਤਾ ਲੱਗ ਜਾਂਦਾ, MER ਮੈਨੇਜਮੈਂਟ ਐਕਸਪੈਂਸ ਰੇਸ਼ੋ ਹੈ। ਕੰਪਨੀ ਨੇ ਜਿਹੜਾ ਪੋਰਟਫੋਲੀਓ ਇਨਵੈਸਟ ਕਰਨਾ ਉਹ 'ਚ ਉਹਨੇ ਕਿੰਨੇ ਪੈਸੇ ਵਿੱਚੋਂ ਲੈਣੇ ਆ, ਇੰਟਰਸਟ, ਉਹਦੇ ਨਾਲ ਡਜ਼ ਨੋਟ ਮੈਟਰ ਤੁਹਾਡੀ ਇਨਕਮ ਜਨਰੇਟ ਹੋਈ ਹੈ ਜਾਂ ਨਹੀਂ, ਤੁਹਾਡਾ ਪੋਰਟਫੋਲੀਓ ਉੱਪਰ ਗਿਆ ਜਾਂ ਥੱਲੇ ਗਿਆ, ਉਹਨਾਂ ਨੇ ਆਪਣੀ ਉਹ ਫੀਸ ਲੈਣੀ, ਕਿਉਂਕਿ ਉਸੇ ਵਿੱਚੋਂ ਜਿਹੜਾ ਕਮਿਸ਼ਨ ਹਰ ਇੱਕ ਨੂੰ ਮਿਲਦਾ। ਕੋਈ ਵੀ ਜਿਹੜਾ ਐਡਵਾਈਜ਼ਰ ਹੈ, ਚਾਹੇ ਕਿਤੇ ਕੋਈ TV ਤੇ ਬੋਲਦਾ, 에ਅਰ ਤੇ ਬੋਲਦਾ, ਮੈਂ ਵੀ ਬੋਲਣਾ, ਸਾਨੂੰ ਉਹਦੇ ਚੋਂ ਕਮਿਸ਼ਨ ਮਿਲਦਾ, ਸਿੱਧੀ ਗੱਲ। ਮੀਨਸ ਇਹ ਕਾਸਟ ਇਨਵੋਲਵ ਹੁੰਦੀ, ਕਿਉਂਕਿ ਉਹ ਕਾਸਟ ਕਲਾਇੰਟ ਕੋ ਚਾਰਜ ਕੀਤੀ ਜਾਂਦੀ ਹੈ,
ਉਸ ਕਾਸਟ ਦੇ ਨਾਲ ਹੋਰ ਅੱਗੇ ਰਿਲੇਸ਼ਨ ਹੁੰਦਾ, ਕਿਉਂਕਿ ਉਹ ਕਾਸਟ ਫਿਰ ਕਮਿਸ਼ਨ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਹੋਰ ਚੀਜ਼ਾਂ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਤੇ ਇਹਦੀ ਚੀਜ਼ ਦੀ ਹਰ ਚੀਜ਼ ਦੀ ਕਾਸਟ ਆ ਤੁਹਾਡੇ ਕੋਲ ਅਪ ਫਰੰਟ ਇਹਦੇ 'ਚ ਕੋਈ ਕਾਸਟ ਨਹੀਂ ਹੁੰਦੀ, ਥੋੜੀ ਬਹੁਤੀ ਜਿਹੜੀ ਪੋਰਟਫੋਲੀਓ ਫੀਸ ਹੁੰਦੀ ਹੈ ਜਾਂ ਜਿਹੜੀ ਹੋਰ ਕੋਈ ਕਾਸਟ ਹੁੰਦੀ ਹੈ ਉਹ ਨਹੀਂ ਕੀਤੀ ਜਾਂਦੀ ਕੋਈ ਵੀ, ਪਰ ਬਾਕੀ ਦੀ ਜਿਹੜੀ ਕਾਸਟ ਹੈਗੀ ਆ ਉਹ ਤੁਹਾਡੇ ਬੈਲੈਂਸ ਵਿੱਚੋਂ ਕੱਢੀ ਜਾਂਦੀ ਹੈ। ਹਰ ਮੰਥ ਤੁਸੀਂ ਸਟੇਟਮੈਂਟ ਦੇਖੋ ਜਾਂ ਹਰ ਸਾਲ ਸਟੇਟਮੈਂਟ ਦੇਖੋ, ਇਹ 'ਚ ਕਾਸਟ ਤੁਹਾਡੀ ਰਿਡਿਊਸ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਸਾਰੀ ਜਿਹੜੀ ਕੰਪਨੀ ਦੇ ਪ੍ਰੋਫਿਟ ਹੈ, ਕੰਪਨੀ ਦੇ ਸ਼ੇਅਰ ਹੈ, ਜਿਹੜੇ EMPLOYE ਕੰਮ ਕਰਦੇ ਆ ਆਫਟਰ ਕਿਤੋਂ ਦਾ ਇਨਵੋਲਵ ਹੋਏਗਾ ਨੇ ਕਾਸਟ, ਤੇ ਉਹਦੇ ਨਾਲ ਚੱਲਦੀ ਹੈ। ਸਰ ਜੇ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਕਦੋਂ ਕਿਵੇਂ ਕਿੱਥੇ ਕਰ ਸਕਦਾ ਤੇ ਟਾਈਮਿੰਗਸ ਆਫਿਸ ਦੀ ਜ਼ਰੂਰ ਦੱਸ ਦਿਓ। ਅਗਰ ਕੋਈ ਮੈਨੂੰ ਕੰਟੈਕਟ ਕਰ ਸਕਦਾ, ਮੇਰਾ ਸੈੱਲ ਨੰਬਰ ਫੋਨ ਨੰਬਰ ਇੱਥੇ ਟੀਵੀ ਸਕਰੀਨ ਤੇ ਆ ਰਿਹਾ 4164568559 ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਔਰ ਸਾਡੇ ਆਫਿਸ ਦੇ ਜਿਹੜੇ ਟਾਈਮਿੰਗ ਹੈਗੇ ਆ ਯੂਜ਼ਲੀ 10 ਵਜੇ ਤੋਂ ਬਾਅਦ 10 ਤੋਂ ਲੈ ਕੇ 6 ਵਜੇ ਤੱਕ ਹੁੰਦੇ ਨੇ, ਮੰਡੇ ਟੂ ਫਰਾਈਡੇ, ਪਰ ਬਾਈ ਅਪਾਇੰਟਮੈਂਟਸ ਹੁੰਦਾ ਹੈ। ਅਗਰ ਕੋਈ ਵੀ ਕਲਾਇੰਟਸ ਬਾਈ ਅਪਾਇੰਟਮੈਂਟਸ ਆਉਣਾ ਚਾਹੁੰਦਾ, ਅਪਾਇੰਟਮੈਂਟ ਲੈ ਕੇ ਅਸੀਂ ਪੋਰਟਫੋਲੀਓ ਨਾਲ ਦੇਖ ਸਕਦੇ ਹਾਂ, ਦੇਖ ਕੇ ਤੁਹਾਨੂੰ ਦੱਸ ਦਿਆਂਗੇ। ਲੈਣਾ ਨਹੀਂ ਲੈਣਾ ਇਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਔਰ ਇਹਦੀ ਸਲਾਹ ਦੀ ਕੋਈ ਫੀਸ ਨਹੀਂ ਹੁੰਦੀ, ਕੋਈ ਕਾਸਟ ਚਾਰਜ ਨਹੀਂ ਹੁੰਦੀ ਔਰ ਉਸ ਤੋਂ ਬਾਅਦ ਵੀ ਤੁਹਾਡਾ ਆਪਣਾ ਡਿਸੀਜਨ ਹੁੰਦਾ ਹੈ। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਦੇਣ ਲਈ। ਥੈਂਕ ਯੂ ਜੀ। ਸੋ ਦੋਸਤੋ ਐਸੀ ਸਾਡਾ ਪ੍ਰੋਗਰਾਮ ਪੈਸਾ ਤੇ ਲਾ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਕੋਈ ਵੀ ਫਾਈਨੈਂਸ਼ੀਅਲ ਐਡਵਾਈਸ ਚਾਹੀਦੀ ਆ, ਭਰੋਸੇਮੰਦ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ ਕਮਲਜੀਤ ਸਿੰਘ ਚੌਹਾਨ, ਜਿਨ੍ਹਾਂ ਤੋਂ ਤੁਸੀਂ ਲੰਬੇ ਤਜਰਬੇ ਦਾ ਫਾਇਦਾ ਚੱਕ ਸਕਦੇ ਹੋ ਤੇ ਡਿਟੇਲਸ ਤੁਹਾਡੇ ਸਾਹਮਣੇ ਨੇ, ਤੁਸੀਂ ਕਾਲ ਟੈਗ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।